ਕਿੰਨਾ ਸਮਾਂ ਲੱਗ ਗਿਆ ਵੀਰੇ ਇਹ ਮਾਡਲ ਤਿਆਰ ਕਰਨ ਨੂੰ? ਕਿਉਂਕਿ ਇਹਦੀ ਪਹਿਲੀ ਗੱਲ ਤਾਂ ਹਾਈਟ ਕਿੰਨੀ ਹੈ, ਜੇ ਦੇਖਿਆ ਲੈਂਥ ਕਿੰਨੀ ਹੈ, ਕਿੰਨਾ ਮਟੀਰੀਅਲ ਲੱਗਿਆ, ਕਿੰਨਾ ਸਮਾਂ ਲੱਗ ਗਿਆ ਇਹਨੂੰ ਬਣਾਉਣ ਦੇ ਵਿੱਚ? ਇਹ ਇਤਿਹਾਸ ਨਾਲ ਜੁੜਿਆ ਹੋਇਆ ਮਾਡਲ ਹੈ ਜਿਹੜਾ ਤਕਰੀਬਨ ਇਹਨਾਂ ਦੀ ਮਿਹਨਤ ਦੇ ਨਾਲ ਬਣਾਇਆ, ਪੇਪਰ, ਪਲਾਸਟਿਕ ਤੇ ਫਾਈਬਰ ਦੀ ਮਟੀਰੀਅਲ ਨਾਲ। ਅਤੇ ਸਮਾਂ ਕਿੰਨਾ ਹੋ ਗਿਆ ਕੁੱਲ ਵੀ ਇਸ ਖੇਤਰ ਦੇ ਵਿੱਚ ਪਏ ਨੂੰ, ਇਹ ਇੰਟਰਸਟ ਪਏ ਨੂੰ? ਬੜਾ ਵਿਲੱਖਣ ਜਿਹਾ ਇੰਟਰਸਟ ਹੈ ਇਹ ਵੀ। ਕਹਿੰਦੇ ਵੀ ਆਮ ਮਾਡਲ ਬਣਾਉਣੇ ਤਾਂ ਬਹੁਤ ਦੇਖੇ ਨੇ, ਪੇਪਰ ਤੋਂ ਮਾਡਲ ਤਿਆਰ ਕਰਨਾ ਪਹਿਲੀ ਵਾਰ ਦੇਖਿਆ ਸੀਗਾ। ਤੇ ਦੇਖਿਆ ਵੀ ਸੀ ਤੇ ਅੱਜ ਬਾਖੂਬੀ ਮੈਂ ਕਹਿੰਦਾ ਵੀ ਜਦ ਤੱਕ ਅੱਖਾਂ ਦੇ ਕਹਿੰਦੇ ਆਪ ਦੇਖਣ ਨਾਲੋਂ ਭਰੋਸਾ ਨਹੀਂ ਕਰਨਾ ਚਾਹੀਦਾ। ਕਿੰਨਾ ਸਮਾਂ ਹੋ ਗਿਆ ਬਾਈ ਇਹ ਫਿਰ ਇਸ ਖੇਤਰ ਦੇ ਵਿੱਚ ਆਪਾਂ ਨੂੰ? ਇਹ ਖੇਤਰ ਦੇ ਵਿੱਚ ਤਕਰੀਬਨ ਮੈਨੂੰ 21 ਸਾਲ ਹੋ ਗਏ ਆ। ਸੰਨ 2000 ਤੋਂ ਸਟਾਰਟ ਕੀਤਾ ਸੀ ਤੇ ਜੀ ਫਿਰ ਇਹਦਾ ਮਤਲਬ ਕਿ ਇਹ ਕਿਹੜੇ ਸੰਨ ਦੇ ਵਿੱਚ ਤਿਆਰ ਕੀਤਾ ਸੀਗਾ ਤੇ ਇਹਦਾ ਵੀ ਤੁਹਾਨੂੰ ਕੋਈ ਅਵਾਰਡ ਤਾਂ ਮਿਲਿਆ ਹੋਊਗਾ? ਕਿਉਂਕਿ ਵਰਲਡ ਦੇ ਵਿੱਚ ਤੁਸੀਂ ਦੂਸਰੇ ਬੰਦੇ ਹੋ ਜਿਨ੍ਹਾਂ ਨੇ ਆਹ ਚੀਜ਼ ਤਿਆਰ ਕਰਤੀ। ਇਹ ਜੀ ਮੈਂ ਤੁਹਾਨੂੰ ਦੱਸ ਦੇਵਾਂ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਇੱਕ ਸਿੱਖ ਆਰਟਿਸਟ ਹੋਣ ਦੇ ਨਾਤੇ ਮੈਂ ਪਹਿਲੀ ਵਾਰੀ ਤੁਹਾਡੇ ਚੈਨਲ ਰਾਹੀਂ ਇਹ ਦੱਸਣ ਜਾ ਰਿਹਾ। ਅੱਜ ਤਾਈਂ ਕਦੇ ਮੈਂ ਦੱਸਿਆ ਨਹੀਂ ਸੀਗਾ ਕਿਸੇ ਨੂੰ ਕਿ ਜਦੋਂ ਮੈਂ ਮਾਡਲ ਬਣਾਇਆ ਸੀਗਾ ਕਿ ਬਰਾਕ ਓਬਾਮਾ ਜਦੋਂ ਜਿੱਤੇ ਸੀਗੇ, ਪ੍ਰੈਜ਼ੀਡੈਂਟ ਬਣੇ ਸੀਗੇ, ਹਾਂਜੀ ਇਲੈਕਸ਼ਨ 'ਚ ਜਿੱਤੇ ਸੀ, ਉਸ ਵੇਲੇ ਜਦੋਂ ਭੇਜਣ ਦੀ ਪੇਸ਼ਕਸ਼ ਕੀਤੀ ਸੀ ਕਿ ਮੈਂ ਚਾਹੁੰਦਾ ਕਿ ਇਹਨੂੰ ਭੇਜਿਆ ਜਾਵੇ, ਤੇ ਓਫੀਸ਼ੀਅਲ ਤੌਰ ਤੇ ਉਹਨਾਂ ਨੇ ਮੇਰੀ ਇਹ ਜਿਹੜੀ ਰਿਕੁਐਸਟ ਹੈਗੀ ਐਕਸੈਪਟ ਕੀਤੀ। ਕਿਸਾਨੀ ਜਿਹੜਾ ਸੰਘਰਸ਼ ਹੈਗਾ ਇਹ ਖਾਲੀ ਕਿਸਾਨਾਂ ਦਾ ਦਰਦ ਨਹੀਂਗਾ, ਆਮ ਲੋਕਾਂ ਦਾ ਵੀ ਦਰਦ ਹੈ। ਬੇਸ਼ੱਕ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਮੈਂ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ, ਚਾਹੇ ਉਹ ਬਾਹਰ ਮੁਲਕਾਂ 'ਚ ਬੈਠੇ, ਇਸ ਮਾਡਲ ਰਾਹੀਂ ਸੁਨੇਹਾ ਦੇਣਾ ਚਾਹੂੰਗਾ, ਇਹ ਸਾਡੇ ਕਿਸਾਨ ਵੀਰਾਂ ਦਾ, ਬਜ਼ੁਰਗਾਂ ਦਾ ਦਰਦ ਨਹੀਂਗਾ, ਸਾਰੇ ਦੇਸ਼ ਵਾਸੀਆਂ ਦਾ ਦਰਦ ਹੈ। ਮੈਂ ਇੱਕ ਚੀਜ਼ ਸੁਣੀ ਸੀ, ਕਹਿੰਦੇ ਵੀ ਤੁਹਾਨੂੰ ਜੇ ਕੋਈ ਵੀ ਵਰਲਡ ਰੈਕੋਰਡ ਤੁਹਾਡੇ ਨਾਮ ਦਰਜ ਹੁੰਦਾ ਨਾ ਤਾਂ ਕਹਿੰਦੇ ਵੀ ਉਹ ਜਿਹੜੀ ਕੰਪਨੀ ਆ, ਜਿਹੜੇ ਉਹ ਰਿਕਾਰਡ ਹੋਲਡਰ ਹੁੰਦੇ ਨੇ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਤੁਹਾਨੂੰ ਕੋਈ ਲਿਮਕਾ ਬੁੱਕ ਰੈਕੋਰਡਸ ਵੱਲੋਂ ਜਾਂ ਹੁਣ 17 ਵਰਲਡ ਰੈਕੋਰਡਸ ਨੇ, 17 ਵਰਲਡ ਰੈਕੋਰਡਸ, ਕੋਈ ਪੈਸਾ, ਕੋਈ ਹੈਲਪ ਹੋਈ ਹੋਵੇ ਜਿਨ੍ਹਾਂ ਨੇ ਤੁਹਾਨੂੰ ਰੈਕੋਰਡ ਦਿੱਤੇ ਨੇ? ਤੁਹਾਡੇ ਨਾਮ ਹੁਣ 17 ਰੈਕੋਰਡ ਨੇ। ਸਾਡਾ ਦੁਖਾਂਤ ਹੈਗਾ ਭਾਰਤ ਦੇਸ਼ ਦਾ, ਸਾਨੂੰ ਕਿਸੇ ਸਰਕਾਰ ਵੱਲੋਂ, ਕਿਸੇ ਰਾਜ ਸਰਕਾਰ ਵੱਲੋਂ, ਡਿਸਟ੍ਰਿਕਟ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਘੁੰਮਦੇ ਹਾਂ ਤੇ ਅੱਜ ਅਸੀਂ ਪਵਿੱਤਰ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਹੁੰਚੇ ਹਾਂ। ਧਰਤੀ ਦੇ ਉੱਤੇ ਆਏ ਹਾਂ, ਇੱਕ ਐਸੀ ਧਰਤੀ ਜਿਹੜੀ ਇੰਨੀ ਕੁ ਪਵਿੱਤਰ ਹੈ ਜਿਸ ਧਰਤੀ ਦੇ ਦਰਸ਼ਨ ਕਰਨ ਵਾਸਤੇ ਇੱਥੋਂ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ। ਤੇ ਅੱਜ ਜਿਵੇਂ ਤੁਸੀਂ ਮੇਰੇ ਸਿਰ 'ਤੇ ਰੁਮਾਲ ਬੰਨੀ ਵੇਖੀ ਹੈ, ਇਹ ਰੁਮਾਲ ਮੈਂ ਇਸ ਕਰਕੇ ਬੰਨੀ ਹੈ ਕਿਉਂਕਿ ਅੱਜ ਮੈਂ ਇੱਕ ਐਸੀ ਰੂਹ ਨਾਲ ਤੁਹਾਨੂੰ ਮਿਲਾਉਂਗਾ ਜਿਹੜੀ ਰੂਹ ਦੇ ਅੰਦਰ, ਕਹਿੰਦੇ ਇੱਕ ਰੱਬੀ ਰੂਹ ਮੈਂ ਕਹਿ ਸਕਦਾ ਵੀ, ਕਹਿੰਦੇ ਵੀ ਹਰ ਇੱਕ ਬੰਦੇ ਦੇ ਅੰਦਰ ਉਸ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ। ਇਹ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈ। ਤੇ ਉਸੇ ਰੂਹ ਨੇ ਆਪਣੇ ਹੱਥਾਂ ਦੇ ਨਾਲ ਮੈਂ ਕਹਿ ਸਕਦੀ ਵੀ ਐਸੀਆਂ ਚੀਜ਼ਾਂ ਬਣਾਈਆਂ ਨੇ ਕਿ ਪੂਰਾ ਵਰਲਡ ਉਸ ਨੂੰ ਜਾਣਦਾ ਹੈ। ਮੈਂ ਗੱਲ ਕਰ ਰਿਹਾ ਜੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ। ਹੁਣ ਪੇਪਰ ਆਰਟਿਸਟ ਤੋਂ ਤੁਸੀਂ ਅੰਦਾਜ਼ਾ ਲਗਾਇਆ ਹੋਊਗਾ ਵੀ ਸ਼ਾਇਦ ਫੁੱਲ ਬੂਟੇ ਬਣਾਉਂਦੇ ਹੋਣਗੇ ਜਾਂ ਹੋਰ, ਕਿਉਂਕਿ ਪੇਪਰ ਆਰਟਿਸਟ ਜਿਹੜੇ ਮੈਂ ਖਾ ਸਕਦਾ ਵੀ ਦੇਸ਼ ਦੇ ਵਿੱਚ ਨੇ, ਆਪਣੇ ਇੰਡੀਆ ਦੇ ਵਿੱਚ, ਜਿਹੜੇ ਭਾਰਤ ਦੇ ਵਿੱਚ ਵਸਦੇ ਨੇ ਪੇਪਰ ਆਰਟਿਸਟ, ਉਹ ਕੁਛ ਐਸੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਨੇ, ਪੇਪਰ ਨਾਲ ਜੁੜੀਆਂ ਸੀਨਰੀ ਬਣਾ ਲਈਏ, ਕੁਛ ਇਸ ਤਰੀਕੇ ਦੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਨੇ। ਪਰ ਗੁਰਪ੍ਰੀਤ ਸਿੰਘ ਇਕਲੌਤੇ ਐਸੇ ਮੈਂ ਕਹਿ ਸਕਦਾ ਹਾਂ ਪੇਪਰ ਆਰਟਿਸਟ ਨੇ ਭਾਰਤ ਦੇ, ਜਿਨ੍ਹਾਂ ਨੇ ਉਹ
ਉਹ ਫੁੱਲ ਬੂਟੇ ਨਹੀਂ ਬਣਾਏ, ਇਤਿਹਾਸ ਬਣਾਇਆ ਸਿੱਖੀਜ਼ਮ ਦਾ। ਇਤਿਹਾਸ ਬਣਾਇਆ ਇੱਕ ਐਸਾ ਜਿਹੜਾ ਅਲੋਪ ਹੋ ਚੁੱਕਾ ਸੀ। ਕਈ ਚੀਜ਼ਾਂ ਤਾਂ ਐਸੀਆਂ ਨੇ ਜਿਹੜੀਆਂ ਸਾਨੂੰ ਵੀ ਨਹੀਂ ਸੀ ਪਤਾ ਤੇ ਇੱਥੇ ਆ ਕੇ ਅਸੀਂ ਦੇਖਿਆ ਮਾਡਲ ਦੇ ਰੂਪ ਦੇ ਵਿੱਚ ਬਾਈ ਨੇ ਬਣਾਈਆਂ ਹੋਈਆਂ ਨੇ। ਆ ਪਿੱਛੇ ਤੁਸੀਂ ਦੇਖ ਸਕਦੇ ਹੋ ਕੁਝ ਅਵਾਰਡਸ ਪਏ ਨੇ, ਸਰਟੀਫਿਕੇਟ ਨੇ, ਇਹ ਕੁਝ ਗਿਣਵੇਂ ਅਵਾਰਡ ਨੇ। ਜੇ ਮੈਂ ਅਵਾਰਡਾਂ ਦੀ ਪ੍ਰੋਪਰ ਗੱਲ ਕਰਾਂ ਤਾਂ ਕੁੱਲ 17 ਵਰਲਡ ਰੈਕਡ ਬਾਈ ਦੇ ਨਾਮ ਨੇ, 7 ਜਿਹੜੇ ਨੇ ਨੈਸ਼ਨਲ ਰੈਕਡਸ ਜਿਹੜੇ ਨੇ ਉਹ ਬਾਈ ਦੇ ਨਾਮ ਦਰਜ ਹੋਏ ਨੇ। ਵੀਰ ਅੱਜ ਸਾਡੇ ਨਾਲ ਨੇ। ਕਿੰਨੀ ਬਰੀਕੀ ਦਾ ਕੰਮ ਹੋਊਗਾ ਤੁਸੀਂ ਦੇਖਿਓ ਜ਼ਰਾ, ਕਿਉਂਕਿ ਇੰਟਰਸਟਿੰਗ ਵੀਡੀਓ ਇਸ ਕਰਕੇ ਹੈ। ਅੱਜ ਦਾ ਯੂਥ, ਜਿਵੇਂ ਬਾਈ ਵੀ ਜ਼ਿਕਰ ਕਰਦਾ ਸੀ ਇੱਕ ਗੱਲ ਦਾ, ਇੱਕ ਮੈਂ ਗੱਲ ਦਾ ਇਹ ਵੀ ਜ਼ਿਕਰ ਕਰਦਾ ਹੁੰਨਾ ਕਿ ਜ਼ਿਆਦਾਤਰ ਯੂਥ ਜਿਹੜਾ ਆ 5.5 ਇੰਚੀ 6 ਇੰਚੀ ਸਕਰੀਨ ਤੇ ਜੁਟ ਕੇ ਰਹਿ ਗਿਆ। ਦਿਨ ਦੇ ਵਿੱਚ 24 ਘੰਟੇ ਹੁੰਦੇ, 24 ਘੰਟੇ ਜੇ 5-10 ਮਿੰਟ ਦਾ ਵੀ ਸਮਾਂ ਦੇ ਦਿੱਤਾ ਜਾਵੇ ਨਾ ਅੱਜ ਦੇ ਯੂਥ ਨੂੰ, ਤਾਂ ਉਹ ਵੀ ਕਹੂਗਾ ਕਿ ਅਸੀਂ ਫ਼ੋਨ 'ਤੇ ਸਮਾਂ ਬਤੀਤ ਕਰਨਾ ਆ। ਇੰਨੀ ਕਾਹਲ ਹੋ ਗਈ। ਪਰ ਇਹ ਇੰਨਾ ਪੇਸ਼ੈਂਸ ਦਾ ਕੰਮ ਹੈ, ਜ਼ਿਆਦਾ ਸਮਾਂ ਲਊਂਗਾ। ਗੁਰਪ੍ਰੀਤ ਵੀਰਾ ਸਾਡੇ ਨਾਲ ਆ। ਵੀਰੇ ਸਤਿ ਸ਼੍ਰੀ ਅਕਾਲ, ਠੀਕ ਹੋ? ਚੜ੍ਹਦੀ ਕਲਾ 'ਚੋਂ? ਬਹੁਤ ਚੜ੍ਹਦੀ ਕਲਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਾਡੇ ਘਰੇ ਆਏ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਬਾਈ। ਇੱਕ ਸਭ ਤੋਂ ਪਹਿਲਾਂ ਤਾਂ ਇੰਨਾ ਕੁ ਸੋਹਣਾ ਮਾਡਲ ਬਣਿਆ ਹੈ, ਮੈਂ ਕੈਮਰਾਮੈਨ ਨੂੰ ਕਹੂੰਗਾ ਭਾਜੀ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਇਹ ਆਨੰਦਗੜ੍ਹ ਦਾ, ਅਨੰਦਪੁਰ ਸਾਹਿਬ ਦਾ ਜਿਹੜਾ ਉਹ ਕਿਲ੍ਹਾ ਸੀਗਾ ਜਿਹਨੂੰ ਦਰਸ਼ਨ ਕਰਨ ਵਾਸਤੇ ਲੋਕ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣੀ ਜ਼ਿੰਦਗੀ ਨੂੰ ਨਿਹਾਲ ਕਰਨ ਵਾਸਤੇ ਹੈ ਨਾ ਉੱਥੇ ਪਹੁੰਚਦੇ ਨੇ ਇਸ ਪਵਿੱਤਰ ਸਥਾਨ ਉੱਤੇ। ਤੁਸੀਂ ਹੂ ਬਹੂ ਜਿਹੜੀ ਉਹ ਤਸਵੀਰ ਜਿਹੜੀ ਸੀ, ਉਹ ਨਕਸ਼ਾ, ਉਹ ਪਵਿੱਤਰ ਸਥਾਨ ਜਿਹੜਾ ਆ ਇੱਕ ਮਾਡਲ ਰੂਪ ਦੇ ਵਿੱਚ ਤਿਆਰ ਕਰਤਾ। ਸਭ ਤੋਂ ਪਹਿਲਾ ਸਵਾਲ ਇਹ ਹੋਊਗਾ ਕਿੰਨਾ ਸਮਾਂ ਲੱਗ ਗਿਆ ਵੀਰੇ ਇਹ ਮਾਡਲ ਤਿਆਰ ਕਰਨ ਨੂੰ? ਕਿਉਂਕਿ ਇਹਦੀ ਪਹਿਲੀ ਗੱਲ ਤਾਂ ਹਾਈਟ ਕਿੰਨੀ ਹੈ, ਜੇ ਦੇਖਿਆ ਲੈਂਥ ਕਿੰਨੀ ਹੈ, ਕਿੰਨਾ ਮਟੀਰੀਅਲ ਲੱਗਿਆ, ਕਿੰਨਾ ਸਮਾਂ ਲੱਗਿਆ ਇਹਨੂੰ ਬਣਾਉਣ ਦੇ ਵਿੱਚ? ਬਿਲਕੁਲ ਜੀ, ਮੈਂ ਦੱਸਣਾ ਚਾਹੂੰਗਾ ਕਿ ਇਹ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ ਡਿਟੇਲ ਮਾਡਲ ਹੈ, ਜਿੱਥੇ ਇਸ ਕਿਲ੍ਹੇ ਦੇ ਵਿੱਚ ਤੁਸੀਂ ਕਿਲ੍ਹੇ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਮਾਡਲ ਦੇ ਰੂਪ ਦੇ ਵਿੱਚ। ਉਹਦੇ ਨਾਲ ਹੀ ਬੋਲੀ ਸਾਹਿਬ ਹੈ, ਜਿਸ ਦੇ ਵਿੱਚ ਕਿ 132 ਪੌੜੀਆਂ ਥੱਲੇ ਉਤਰ ਕੇ ਜਦੋਂ ਅਸੀਂ ਆਉਂਦੇ ਹਾਂ ਤੇ ਇੱਕ ਪੁਰਾਤਨ ਜੋ ਖੂਹ ਹੈ ਜਿਸ ਦਾ ਸ਼ੀਤਲ ਜਲ ਇੱਥੇ ਲੰਗਰ ਇਤਿਆਦ ਦੀ ਸੇਵਾ ਲਈ ਵੀ ਵਰਤਿਆ ਜਾਂਦਾ ਹੈ। ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਮਾਡਲ, ਬਰਾਂਡਿਆਂ ਦਾ ਮਾਡਲ ਅਤੇ ਜੋ ਪੁਰਾਤਨ ਦਰਸ਼ਨੀ ਡਿਓਢੀ ਹੈ ਜੋ ਕਿ 1934 ਦੇ ਵਿੱਚ ਸੇਵਾ ਸੰਭਾਲ ਕਰਾਉਂਦਿਆਂ ਬਾਬਾ ਸੇਵਾ ਸਿੰਘ ਜੀ ਨੇ ਸੇਵਾਵਾਂ ਨਿਭਾਈਆਂ ਸੀ ਤੇ ਤਿਆਰ ਕੀਤੀ ਗਈ ਸੀ। ਦਰਅਸਲ ਇਹ ਸਾਰੇ ਦਾ ਸਾਰਾ ਜਿਹੜਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ। ਸੰਨ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਪਣੇ ਪਰਿਵਾਰ ਸਣੇ ਆਏ ਹਨ ਅਤੇ ਇਸੇ ਹੀ ਅਸਥਾਨ ਤੋਂ ਜਾ ਕੇ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਇਸੇ ਹੀ ਅਸਥਾਨ 'ਤੇ ਮੁਗਲ ਰਾਜਿਆਂ ਨੇ ਘੇਰਾ ਪਾਇਆ ਸੀ। ਇੱਥੇ ਹੀ ਅਸਥਾਨ ਤੋਂ 40 ਮੁਕਤਿਆਂ ਦਾ ਇਤਿਹਾਸ ਹੈ। ਇਸੇ ਥਾਂ ਤੋਂ ਸਿੰਘ ਵਿਦਾਵਾ ਦੇ ਕੇ ਗਏ ਸਨ। ਸੋ ਬੜੇ ਮਹਾਨ ਇਤਿਹਾਸ ਨਾਲ ਜੁੜਿਆ, ਕਿਉਂਕਿ ਜਿੱਥੇ ਮੈਂ ਮਾਡਲ ਬਣਾਇਆ ਚਾਰੇ ਪਾਸੇ ਸਾਰਾ ਇਤਿਹਾਸ ਵੀ ਤੁਸੀਂ ਸਾਈਡਾਂ 'ਤੇ ਦੇਖ ਸਕਦੇ ਹੋ ਜੋ ਇਕੋਰਿਆ ਹੋਇਆ, ਹਾਂਜੀ ਲਿਖਿਆ ਹੋਇਆ। ਸੋ ਇਹ ਇਤਿਹਾਸ ਨਾਲ ਜੁੜਿਆ ਹੋਇਆ ਮਾਡਲ ਹੈ ਜਿਹੜਾ ਤਕਰੀਬਨ 2.5 ਮਹੀਨਿਆਂ ਦੀ ਮਿਹਨਤ ਦੇ ਨਾਲ ਬਣਾਇਆ। ਪੇਪਰ, ਪਲਾਸਟਿਕ ਤੇ ਫਾਈਬਰ ਦੀ ਮਟੀਰੀਅਲ ਨਾਲ ਅਤੇ ਸੋਲਿਡ ਜੋ ਵੁਡਨ ਮਟੀਰੀਅਲ ਹੈ ਉਹਦੀ ਮਦਦ ਨਾਲ ਤਿਆਰ ਕੀਤਾ ਗਿਆ ਤੇ ਤਕਰੀਬਨ 4x2.5 ਫੁੱਟ ਦਾ ਇਹ ਮਾਡਲ ਤਿਆਰ ਕੀਤਾ। 4x2.5 ਫੁੱਟ ਦਾ ਮਾਡਲ ਹੈ। ਅੱਛਾ ਬਾਈ, ਇਹ ਜਿਵੇਂ ਮਾਡਲ ਤੁਸੀਂ ਤਿਆਰ ਕਰਦੇ ਹੋ, ਜਿਵੇਂ ਹੁਣ ਇਹ ਆਨੰਦਗੜ੍ਹ ਸਾਹਿਬ ਦਾ ਜਿਹੜਾ ਆ ਪਵਿੱਤਰ ਸਥਾਨ ਦਾ ਤੁਸੀਂ ਮਾਡਲ ਤਿਆਰ ਕੀਤਾ, ਫਿਰ ਇਹ ਮਾਡਲ ਦਾ ਤੁਸੀਂ ਪਹਿਲਾਂ ਜਾ ਕੇ ਜਾਇਜ਼ਾ ਲੈਂਦੇ ਹੋ ਜਾਂ ਗੂਗਲ ਫੋਟੋਜ਼ 'ਤੇ ਤੁਸੀਂ 3D ਫੋਟੋਜ਼ ਜਿਹੜੀਆਂ ਚੈੱਕ ਕਰਦੇ ਹੋ? ਇਹ ਕਿਸ ਤਰੀਕੇ ਨਾਲ ਸ਼ੁਰੂਆਤ, ਮਤਲਬ ਕਿ ਪਹਿਲਾ ਸਟੈਪ ਕੀ ਹੁੰਦਾ? ਮੰਨ ਲਓ ਤੁਹਾਨੂੰ ਕੋਈ ਦਰਬਾਰ ਸਾਹਿਬ ਦਾ ਮਾਡਲ ਦਿੰਦਾ ਹੈ ਕਿ ਤੁਸੀਂ ਭਾਜੀ ਗੁਰਪ੍ਰੀਤ ਸਿੰਘ ਜੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਨਾ ਹੈ, ਸਭ ਤੋਂ ਪਹਿਲਾ ਸਟੈਪ ਗੁਰਪ੍ਰੀਤ ਸਿੰਘ ਜੀ ਦੇ ਦਿਮਾਗ ਦੇ ਵਿੱਚ ਕਿਹੜਾ ਹੁੰਦਾ ਵੀ ਪ੍ਰੋਸੈਸ ਜਿੱਥੋਂ ਸਟਾਰਟ ਹੁੰਦਾ ਹੈ? ਸਭ ਤੋਂ ਸਟਾਰਟ ਇਹੀ ਹੁੰਦਾ ਕਿ ਜਦੋਂ ਕਿਸੇ ਵੀ ਸਥਾਨ ਦਾ ਮਾਡਲ ਦਾ ਮੈਨੂੰ ਆਰਡਰ ਹੁੰਦਾ, ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਸਭ ਤੋਂ ਪਹਿਲਾਂ ਧਾਰਮਿਕ ਸਥਾਨ 'ਤੇ ਜਾ ਕੇ ਨਤਮਸਤਕ ਹੋ ਕੇ ਸਾਰੀ ਡਿਟੇਲ ਲਈਦੀ ਹੈ, ਸਾਰੀ ਵੀਡੀਓਗ੍ਰਾਫੀ, ਫੋਟੋਗ੍ਰਾਫੀ ਅਤੇ ਉਹਦੀ ਜਿੰਨੀਆਂ ਵੀ ਬਰੀਕੀਆਂ, ਜਿੰਨੀਆਂ ਵੀ ਇਮਾਰਤ ਦੀਆਂ ਕੰਧਾਂ 'ਤੇ ਹੁੰਦੀਆਂ ਜਾਂ ਇਤਿਹਾਸ ਦੀਆਂ ਖਾਸ ਕਰਕੇ ਡਿਟੇਲਸ ਲੈ ਕੇ ਫਿਰ ਉਸ ਤੋਂ ਬਾਅਦ ਆ ਕੇ ਉਸ 'ਤੇ ਆਧਾਰਿਤ ਮਾਡਲ ਸ਼ੁਰੂ ਕਰੀਦਾ। ਕੀ ਬਾਤ ਹੈ। ਅੱਛਾ, ਜਿਵੇਂ 2 ਮਹੀਨੇ ਦਾ ਸਮਾਂ ਇਸ ਮਾਡਲ ਨੂੰ ਲੱਗ ਗਿਆ ਸੀਗਾ, ਅਤੇ ਕਿਉਂਕਿ ਇਹ ਲੇਟੈਸਟ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਕੱਲ੍ਹ ਇਹ ਮਾਡਲ ਜਿਹੜਾ ਆ ਇਸ ਨੂੰ ਫਾਈਨਲ ਟੱਚ ਹੋਇਆ ਆ। ਕੱਲ੍ਹ ਜਿਹੜਾ ਆ ਓਫੀਸ਼ੀਅਲੀ ਜਿਹੜਾ ਮਾਡਲ ਹੈ ਆਨੰਦਗੜ੍ਹ ਸਾਹਿਬ ਦਾ ਇਹ ਲਾਂਚ ਕੀਤਾ ਗਿਆ ਆ। ਇਹ ਕੱਲ੍ਹ ਬਣਿਆ ਆ। ਜਿਹੜੇ ਬਾਕੀ ਮਾਡਲ ਤੁਹਾਨੂੰ ਦਿਖਾਵਾਂਗੇ ਇਸ ਇੰਟਰਵਿਊ ਦੇ ਵਿੱਚ ਉਹ ਪਹਿਲਾਂ ਦੇ ਬਣੇ ਹੋਏ ਨੇ, ਪਰ ਇਹ ਲੇਟੈਸਟ ਮਾਡਲ ਜਿਹੜਾ ਗੁਰਪ੍ਰੀਤ ਸਿੰਘ ਉਹਨਾਂ ਨੇ ਤਿਆਰ ਕੀਤਾ ਆ। ਬਾਈ ਜੀ ਸਮਾਂ ਕਿੰਨਾ ਹੋ ਗਿਆ ਕੁੱਲ ਵੀ ਇਸ ਖੇਤਰ ਦੇ ਵਿੱਚ ਪਏ ਨੂੰ, ਇਹ ਇੰਟਰਸਟ ਪਏ ਨੂੰ? ਬੜਾ ਵਿਲੱਖਣ ਜਿਹਾ ਇੰਟਰਸਟ ਹੈ ਇਹ ਵੀ। ਕਹਿੰਦੇ ਵੀ ਆਮ ਮਾਡਲ ਬਣਾਉਣੇ ਤਾਂ ਬਹੁਤ ਦੇਖੇ ਨੇ, ਪੇਪਰ ਤੋਂ ਮਾਡਲ ਤਿਆਰ ਕਰਨਾ ਪਹਿਲੀ ਵਾਰ ਦੇਖਿਆ ਸੀਗਾ ਤੇ ਦੇਖਿਆ ਵੀ ਸੀ ਤੇ ਅੱਜ ਬਾਖੂਬੀ ਮੈਂ ਕਹਿੰਦਾ ਵੀ ਜਦ ਤੱਕ ਅੱਖਾਂ ਦੇ ਕਹਿੰਦੇ ਆਪ ਦੇਖਣ ਲਓ ਭਰੋਸਾ ਨਹੀਂ ਕਰਨਾ ਚਾਹੀਦਾ। ਕਿੰਨਾ ਸਮਾਂ ਹੋ ਗਿਆ ਬਾਈ ਇਹ ਫਿਰ ਇਸ ਖੇਤਰ ਦੇ ਵਿੱਚ ਆਪਾਂ ਨੂੰ?
ਇਹ ਖੇਤਰ ਦੇ ਵਿੱਚ ਤਕਰੀਬਨ ਮੈਨੂੰ 21 ਸਾਲ ਹੋ ਗਏ ਆ। ਸੰਨ 2000 ਤੋਂ ਸਟਾਰਟ ਕੀਤਾ ਸੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜਦੋਂ ਇਹ ਆਰਟ ਸਟਾਰਟ ਕੀਤਾ ਸੀ ਤੇ ਪਹਿਲਾਂ ਸਭ ਤੋਂ ਪਹਿਲਾਂ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾਏ ਤੇ ਉਸ ਤੋਂ ਬਾਅਦ ਜੋ ਸਫ਼ਰ ਕਲਾ ਦਾ ਚੱਲਦਾ ਰਿਹਾ, ਅੱਗੇ ਜਾ ਕੇ ਧਾਰਮਿਕ ਜਿਹੜੇ ਮਾਡਲ ਬਣਾਉਣ ਦਾ ਮੇਰਾ ਵਿਚਾਰ ਬਣਿਆ ਕਿ ਕਿਉਂ ਨਾ ਇਸ ਕਲਾ ਦੇ ਰਾਹੀਂ ਪੰਥ ਦੀ ਸੇਵਾ ਕੀਤੀ ਜਾਵੇ। ਸੋ ਜਿੱਥੇ ਮੈਂ ਪਾਕਿਸਤਾਨ ਦੇ ਜਿਹੜੇ ਗੁਰਧਾਮ ਨੇ ਪੰਜਾ ਸਾਹਿਬ, ਨਨਕਾਣਾ ਸਾਹਿਬ ਜੀ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰੇ, ਉਹਦੇ ਨਾਲ ਹੀ ਫਿਰ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ, 5 ਤਖਤ ਸਾਹਿਬਾਨਾਂ ਦੇ ਮਾਡਲ ਅਤੇ ਨਾਲ ਹੀ ਦੱਸ ਦੇਵਾਂ ਸ੍ਰੀ ਦਰਬਾਰ ਸਾਹਿਬ ਜੀ ਦਾ ਉਹ ਪੁਰਾਤਨ ਦਿੱਖ ਵਾਲਾ ਮਾਡਲ ਜੋ ਕਿ ਅੱਜ ਤੋਂ ਤਕਰੀਬਨ 400 ਸਾਲ ਪੁਰਾਣੀ ਦਿੱਖ ਵਾਲਾ, ਜਦੋਂ ਸੋਨਾ ਨਹੀਂ ਚੜਿਆ ਸੀ, ਉਹ ਵੀ ਦਾਸ ਨੇ ਤਿਆਰ ਕੀਤਾ ਹੈ। ਮੈਂ ਤੁਹਾਨੂੰ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਤੁਸੀਂ ਮਾਡਲ ਦਿਖਾਓ। ਭਾਜੀ ਇਹ ਮਾਡਲ ਦੀ ਗੱਲ ਕਰੀਏ, ਕਿਉਂਕਿ ਦਰਸ਼ਕੋ ਜਿਹੜਾ ਤੁਸੀਂ ਮਾਡਲ ਦੇਖ ਰਹੇ ਹੋ ਨਾ ਤੁਹਾਡੀ ਟੀਵੀ ਸਕਰੀਨ 'ਤੇ ਜਿਹੜਾ ਚੱਲ ਰਿਹਾ ਆ, ਇਹ ਦਰਬਾਰ ਸਾਹਿਬ ਦਾ ਉਸ ਪਵਿੱਤਰ ਸਥਾਨ ਦਾ ਉਹ ਮਾਡਲ ਹੈ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਪਹਿਲਾਂ ਦਾ ਮਾਡਲ ਹੈ, ਜਦ ਇਹ ਸੋਨਾ ਚੜਾਵਾ ਨਹੀਂ ਹੋਇਆ ਸੀਗਾ। ਤੇ ਬਾਈ ਫਿਰ ਇਹ ਇਤਿਹਾਸ ਤਾਂ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਪਤਾ ਯਾਰ, ਕਿਉਂਕਿ ਮੈਂ ਇਹ ਮਾਡਲ ਅੱਖੀਂ ਪਹਿਲੀ ਵਾਰ ਦੇਖਿਆ ਤੇ ਅੱਜ ਦੇਖ ਕੇ ਤਾਂ ਮੈਨੂੰ ਐਂ ਫੀਲ ਲੱਗਦਾ ਵੀ ਯਾਰ ਮੈਂ ਸ਼ਾਇਦ ਉਸੇ ਵੇਲੇ ਦੇ ਵਿੱਚ ਚੱਲ ਗਿਆ, ਹੈ ਨਾ। ਫਿਰ ਇਹ ਮਾਡਲ ਦਾ ਤੁਸੀਂ ਮਤਲਬ ਕਿ ਜਾਇਜ਼ਾ ਕਿੱਥੋਂ ਲਿਆ, ਕਿਉਂਕਿ ਤਾਂ ਉਹ ਟਾਈਮ ਤਾਂ ਤੁਸੀਂ ਸੀਗੇ ਨਹੀਂ, ਕੋਈ ਵੀ ਨਹੀਂ ਸੀ, ਤੇ ਫਿਰ ਇਹ ਮਾਡਲ ਦਾ ਜਾਇਜ਼ਾ ਤੁਹਾਨੂੰ ਕਿੱਥੋਂ ਹੋਇਆ ਵੀ ਤੁਸੀਂ ਇਹ ਤਿਆਰ ਕੀਤਾ ਬਈ? ਇਹ 2016 'ਚ ਮੈਂ ਜਦੋਂ ਇੰਗਲੈਂਡ ਸਭ ਤੋਂ ਪਹਿਲੀ ਵਾਰੀ ਗਿਆ ਸੀਗਾ, ਉਸ ਵੇਲੇ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਹੁਕਮ ਹੋਇਆ ਸੀ ਕਿ ਤੁਸੀਂ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਜੋ ਅਜੋਕੇ ਸਮੇਂ ਦੇ ਵਿੱਚ ਹੈ, ਸ੍ਰੀ ਦਰਬਾਰ ਸਾਹਿਬ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੁਰਾਤਨਤਾ ਵੀ ਜਿਹੜੇ ਮਾਡਲ ਹੈਗੇ ਆ, ਤੁਸੀਂ ਡਿਟੇਲ ਲੈ ਕੇ ਪੁਰਾਤਨ ਮਾਡਲ ਵੀ ਤਿਆਰ ਕਰੋ ਜੋ ਕਿ ਪੁਰਾਤਨ ਇਮਾਰਤਾਂ ਹੁੰਦੀਆਂ ਸੀ। ਤੇ ਮੇਰੀ ਖੋਜ ਜਾਰੀ ਹੋ ਗਈ ਤੇ ਮੇਰੀ ਖੋਜ ਪੂਰੀ ਹੋਈ 2018 'ਚ ਮੈਂ ਕੈਨੇਡਾ ਗਿਆ ਸੀ। ਬਰੈਂਪਟਨ ਦੇ ਵਿੱਚ ਇੱਕ ਮਿਊਜ਼ੀਅਮ ਹੈਗਾ, ਉੱਥੋਂ ਮੈਨੂੰ ਇੱਕ ਬੁੱਕ ਮਿਲੀ ਕਿਸੇ ਅੰਗਰੇਜ਼ ਦੀ, ਉਹਦੇ ਵਿੱਚੋਂ ਮੈਨੂੰ ਸਾਰੀ ਪਿਕਚਰ ਪੁਰਾਣੀਆਂ ਪੁਰਾਤਨ ਉਸ ਸਮੇਂ ਦੀਆਂ ਪੇਂਟਿੰਗਾਂ ਤੇ ਪਿਕਚਰਸ ਦੇ ਵਿੱਚ ਵਿਦ ਡਿਟੇਲ ਦਰਬਾਰ ਸਾਹਿਬ ਦੀ, ਹਾਂਜੀ ਦਰਬਾਰ ਸਾਹਿਬ ਦੀਆਂ, ਉਹ ਤੋਂ ਆਧਾਰਿਤ ਫਿਰ ਮੈਂ ਸਾਰੀ ਡਿਟੇਲ ਲੈ ਕੇ ਆਇਆ। ਫਿਰ ਮੈਂ ਮਾਡਲ ਤਿਆਰ ਕੀਤਾ ਸੀ ਜਿਹਨੂੰ ਕਿ ਵਿਲੱਖਣ ਹੋਣ ਕਰਕੇ, ਕਿਉਂਕਿ ਦੁਨੀਆ 'ਚ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਬਣਾਇਆ ਸੀ। ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਵਰਲਡ ਬੁੱਕ ਆਫ ਰੈਕਡ ਆਸਟ੍ਰੇਲੀਆ ਵੱਲੋਂ ਯੂਨੀਕ ਰੈਪਲੀਕਾ ਆਫ ਸ੍ਰੀ ਦਰਬਾਰ ਸਾਹਿਬ ਬਣਾਉਣ ਕਰਕੇ ਮੈਨੂੰ ਇਹ ਵਰਲਡ ਰਿਕਾਰਡ ਦੇ ਕੇ ਨਿਵਾਜਿਆ ਗਿਆ ਸੀ। ਬਈ 17 ਵਰਲਡ ਰੈਕਡ ਨੇ, ਮੈਂ ਕਹਿੰਦਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਵੀ 17 ਰੈਕਡ ਵਰਲਡ ਰੈਕਡ ਦਰਜ ਕਰਾਉਣੇ ਇੱਕ ਨਾਮ ਤੇ, ਆਪਣੇ ਨਾਮ ਤੇ। ਹੁਣ ਤਾਂ ਕਹਿੰਦੇ ਇੰਨੇ ਕੁ ਮਸ਼ਹੂਰ ਹੋ ਗਏ ਵੀ ਪੂਰੀ ਦੁਨੀਆ ਦਾ, ਮੈਂ ਕਹਿੰਦਾ ਸਾਰੀ ਕੰਟਰੀਆਂ ਘੁੰਮ ਲੀਆਂ, ਹੈ ਨਾ। ਕੋਈ ਮਾਡਲ ਵੀ ਇਹੋ ਜਿਹਾ ਹੋਊਗਾ ਜਿਵੇਂ ਆ ਇੱਕ ਜ਼ਰੂਰ ਚੱਕਿਓ, ਮੈਂ ਤੁਹਾਨੂੰ ਦਿਖਾ ਦੇਵਾਂ ਦਰਸ਼ਕਾਂ ਨੂੰ। ਇੱਕ ਕੁਆਇਨ ਬਣਾਇਆ ਬਾਈ, ਇਹ ਵੀਰੇ ਨੇ ਕੁਆਇਨ ਤਿਆਰ ਕੀਤਾ, ਤੁਸੀਂ ਵੇਖੋ। ਕੈਮਰਾਮੈਨ ਨੂੰ ਕਹੂੰਗਾ ਕਲੋਜ਼ਅਪ ਦਿਖਾਓ। ਇਸ ਚੀਜ਼ ਦਾ ਉੱਪਰ ਪ੍ਰੋਪਰ ਹਿੰਦੀ ਦੇ ਵਿੱਚ ਰੁਪਿਆ ਲਿਖਿਆ ਹੋਇਆ ਆ, ਜਿਵੇਂ ਕਣਕ ਦੀ ਬੱਲੀ ਬਣੀ ਹੁੰਦੀ ਆ, ਉਸ ਤਰੀਕੇ ਨਾਲ ਪ੍ਰੋਪਰ ਤਿਆਰ ਕੀਤਾ, ਰੁਪੀ 2014 ਦਾ। ਤੇ ਪਿੱਛੇ ਜਿਹੜਾ ਆ ਸੱਤਵੇਂ, ਹਾਂ ਅਸ਼ੋਕ ਸਤੰਭ ਜਿਹੜਾ ਹੁੰਦਾ ਸੱਤਮੇਵ ਜਯਤੇ, ਭਾਰਤ ਇੰਡੀਆ 2014, ਇਹ ਸਾਰੀ ਚੀਜ਼ਾਂ ਤਿਆਰ ਕੀਤੀਆਂ ਨੇ ਬਾਈ। ਜੇ ਆਪਾਂ ਦਰਸ਼ਕ ਵੀ ਅੰਦਾਜ਼ਾ ਲਗਾਉਂਦੇ ਹੋਣਗੇ ਵੀ ਇਹ ਤਾਂ ਭਾਰਾ ਬਹੁਤ ਹੋਊਗਾ, ਵੀ ਹੱਥ ਦੇ ਵਿੱਚ ਬੜਾ ਔਖਾ ਫੜਿਆ ਹੋਇਆ ਦਾ, ਇਹਦਾ ਭਾਰ ਕਿੰਨਾ? ਇਹ ਵੱਧ ਤੋਂ ਵੱਧ 150-200 ਗ੍ਰਾਮ ਦਾ ਹੋਏਗਾ ਜੀ। ਤੇ ਸਿਰਫ ਪੇਪਰ ਦੇ ਨਾਲ ਬਣਿਆ ਹੋਇਆ ਹੈ, ਸਾਰੀ ਹੱਥਾਂ ਦੇ ਨਾਲ ਕਟਿੰਗ ਕਰਕੇ ਇਹ ਸਾਰਾ ਉਕੇਰਿਆ ਗਿਆ ਤੇ ਬੜੀ ਮਿਹਨਤ ਮੁਸ਼ੱਕਤ ਦਾ ਕੰਮ ਹੁੰਦਾ ਹੈ। ਇਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ, ਇਸ ਕਰਕੇ ਬਣਾ ਰਹੇ ਜੀ। ਇਧਰਲੀ ਸਾਈਡ ਮੈਂ ਤੁਹਾਡੀ ਟੀਵੀ ਸਕਰੀਨ 'ਤੇ ਵੀ ਚੱਲ ਰਿਹਾ ਹੋਊਗਾ ਦਰਸ਼ਕੋ, ਵਾਈਟ ਹਾਊਸ ਦਾ ਮਾਡਲ ਤੁਸੀਂ ਤਿਆਰ ਕੀਤਾ ਹੈ। ਇਸ ਦੀ ਖਾਸੀਅਤ ਦਰਸ਼ਕੋ ਮੈਂ ਤੁਹਾਨੂੰ ਇਹ ਦੱਸਦਾ, ਇਹ ਪੂਰੀ ਦੁਨੀਆ ਦੇ ਵਿੱਚ ਸਿਰਫ 2 ਆਰਟਿਸਟ ਨੇ ਬਣਾਇਆ ਸੀਗਾ, ਇੱਕ ਅੰਗਰੇਜ਼ ਤੇ ਇੱਕ ਸਰਦਾਰ। ਇੱਕ ਸਾਡੇ ਸਰਦਾਰ ਜੀ ਸਾਡੇ ਨਾਲ ਬੈਠੇ ਨੇ ਭਾਜੀ। ਫਿਰ ਇਹਦਾ ਮਤਲਬ ਕਿ ਇਹ ਕਿਹੜੇ ਸੰਨ ਦੇ ਵਿੱਚ ਤਿਆਰ ਕੀਤਾ ਸੀਗਾ ਤੇ ਇਹਦਾ ਵੀ ਤੁਹਾਨੂੰ ਕੋਈ ਅਵਾਰਡ ਤਾਂ ਮਿਲਿਆ ਹੋਊਗਾ, ਕਿਉਂਕਿ ਵਰਲਡ ਦੇ ਵਿੱਚ ਤੁਸੀਂ ਦੂਸਰੇ ਬੰਦੇ ਹੋ ਜਿਨ੍ਹਾਂ ਨੇ ਆਹ ਚੀਜ਼ ਤਿਆਰ ਕਰਤੀ। ਇਹ ਜੀ ਮੈਂ ਤੁਹਾਨੂੰ ਦੱਸ ਦੇਵਾਂ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਇੱਕ ਸਿੱਖ ਆਰਟਿਸਟ ਹੋਣ ਦੇ ਨਾਤੇ ਮੈਂ ਪਹਿਲੀ ਵਾਰੀ ਤੁਹਾਡੇ ਚੈਨਲ ਰਾਹੀਂ ਇਹ ਦੱਸਣ ਜਾ ਰਿਹਾ। ਅੱਜ ਤਾਈਂ ਕਦੇ ਮੈਂ ਦੱਸਿਆ ਨਹੀਂ ਸੀਗਾ ਕਿਸੇ ਨੂੰ ਕਿ ਜਦੋਂ ਮੈਂ ਮਾਡਲ ਬਣਾਇਆ ਸੀਗਾ ਕਿ ਬਰਾਕ ਓਬਾਮਾ ਜਦੋਂ ਜਿੱਤੇ ਸੀਗੇ, ਪ੍ਰੈਜ਼ੀਡੈਂਟ ਬਣੇ ਸੀਗੇ, ਹਾਂਜੀ ਇਲੈਕਸ਼ਨ 'ਚ ਜਿੱਤੇ ਸੀ, ਉਸ ਵੇਲੇ ਜਦੋਂ ਮੈਂ ਵਾਈਟ ਹਾਊਸ ਨੂੰ ਭੇਜਣ ਦੀ ਪੇਸ਼ਕਸ਼ ਕੀਤੀ ਸੀ ਕਿ ਮੈਂ ਚਾਹੁੰਦਾ ਕਿ ਇਹਨੂੰ ਭੇਜਿਆ ਜਾਵੇ, ਤੇ ਓਫੀਸ਼ੀਅਲ ਤੌਰ 'ਤੇ ਉਹਨਾਂ ਨੇ ਮੇਰੀ ਇਹ ਜਿਹੜੀ ਰਿਕੁਐਸਟ ਹੈਗੀ ਐਕਸੈਪਟ ਕੀਤੀ ਕਿ ਹਾਂ ਜਦੋਂ ਵੀ ਕੋਈ ਸਬੱਬ ਬਣਿਆ ਤੇ ਅਸੀਂ ਚਾਹਾਂਗੇ ਕਿ ਤੁਸੀਂ ਇੱਥੇ ਆਓ ਤੇ ਭੇਂਟ ਕਰੋ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪਰਸਨਲੀ ਜਿਹੜਾ ਉਹਨਾਂ ਦੇ ਵਾਈਟ ਹਾਊਸ ਦੇ ਜਿਹੜਾ ਕਲੱਬ ਲਾ ਲਓ ਜਾਂ ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਹੁੰਦੀਆਂ ਉਹਦੇ ਵਿੱਚ ਸ਼ੁਮਾਰ ਕਰ ਲਿਆ। ਜਿੰਨੀ ਮੈਨੇਜਮੈਂਟ ਦੇ ਥਰੂ ਜਿੰਨੀਆਂ ਵੀ ਵਾਈਟ ਹਾਊਸ ਤੋਂ ਡੇਲੀ ਅਪਡੇਟ ਹੁੰਦੇ ਸੀ ਉਹਨਾਂ ਦੇ ਪ੍ਰੈਜ਼ੀਡੈਂਟ ਦੇ, ਓਬਾਮਾ ਜੀ ਦੇ, ਸਾਰੇ ਮੈਨੂੰ ਡੇਲੀ ਲਗਾਤਾਰ ਆਉਂਦੇ ਸੀ ਅਮਰੀਕਾ ਤੋਂ, ਵਾਈਟ ਹਾਊਸ ਤੋਂ। ਵਾਈਟ ਹਾਊਸ ਵੱਲੋਂ ਵੀ ਬਰਾਕ ਓਬਾਮਾ ਜੀ ਦੀ ਪਰਸਨਲ ਮੇਲ ਤੋਂ ਵੀ। ਤੇ ਉਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ ਪਰਮਾਤਮਾ ਦੀ ਕਿਰਪਾ ਸਦਕਾ ਕਿ ਇਸ ਤਰ੍ਹਾਂ ਦੇ ਮੈਂ ਮਾਡਲ ਬਣਾਏ ਜਿਹੜੇ ਕਿ ਜਿਸ ਤਰ੍ਹਾਂ ਮੈਂ ਸ੍ਰੀ ਦਰਬਾਰ ਸਾਹਿਬ ਜੀ ਦੇ, ਪੰਜਾ ਸਾਹਿਬ, ਨਨਕਾਣਾ ਸਾਹਿਬ ਜੀ ਦੇ ਜਿੱਥੇ ਮਾਡਲ ਬਣਾਏ ਹੈ,
ਦੁਨੀਆ ਦੇ 7 ਅਜੂਬਿਆਂ 'ਚੋਂ ਜਿਹੜਾ ਮੈਂ ਐਫਲ ਟਾਵਰ ਦਾ ਮਾਡਲ ਬਣਾਇਆ, ਉਹਦੇ ਵਿੱਚੋਂ ਜਿਹੜਾ ਇੱਕ ਪਿਕਚਰ ਜਿਸ ਵੇਲੇ ਉਹ ਰਿਲੀਜ਼ ਹੋਇਆ ਸੀ 2007 ਦੇ ਵਿੱਚ, ਜਿਹੜਾ ਇਹਦੇ ਟੌਪ ਦੇ ਉੱਤੇ ਇੱਕ ਰੈਸਟੋਰੈਂਟ ਹੈ, ਉਹ ਰੈਸਟੋਰੈਂਟ 'ਚ ਮੇਰੀ ਪਿਕਚਰ ਲੱਗੀ ਹੋਈ ਹੈ। ਉਹਨਾਂ ਦੇ ਓਨਰ ਨੇ ਉਸ ਵੇਲੇ ਜਿਹੜੀ ਹੈਗੀ ਹੈ ਮੇਰੀ ਪਿਕਚਰ ਇੱਥੇ ਲਾਈ ਹੋਈ ਹੈ ਇਹਦੇ ਅੰਦਰ ਕਿ ਇਸ ਆਰਟਿਸਟ ਨੇ ਸਾਡਾ ਐਫਲ ਟਾਵਰ ਬਣਾਇਆ। ਬਾਈ ਇੱਕ ਕਮਾਲ ਦੀ ਗੱਲ ਇਹ ਵੀ ਹੈ, ਜਿਵੇਂ ਤੁਸੀਂ ਦੱਸ ਰਿਹਾ ਸੀਗਾ ਕਿ ਇੱਕ ਪਿੱਛੇ ਛੋਟਾ ਆਈਫਲ ਟਾਵਰ ਬਣਿਆ, ਆਈਫਲ ਟਾਵਰ 3 ਪਏ ਹੋਏ ਨੇ ਮੈਂ ਦੇਖ ਰਿਹਾ ਹਾਂ, ਹਨਾ 3-4 ਤਾਂ ਤੁਸੀਂ ਆਈਫਲ ਟਾਵਰ ਤਾਂ ਤਿਆਰ ਕੀਤੇ ਨੇ। ਇਸ ਦੀ ਹਾਈਟ ਕਿੰਨੀ ਹੈ ਜਿਹੜਾ ਆਹ ਆਈਫਲ ਟਾਵਰ ਵੱਡਾ ਤੁਹਾਡੀ ਟੀਵੀ ਸਕਰੀਨ 'ਤੇ ਵੀ ਦਰਸ਼ਕੋ ਚੱਲ ਰਿਹਾ? ਹੁਣ ਦੱਸਣਾ ਚਾਹੂੰਗਾ ਕਿ 1 ਫੁੱਟ ਦਾ ਪਹਿਲਾਂ ਮੈਂ ਬਣਾਇਆ, ਫਿਰ 3 ਫੁੱਟ ਦਾ ਬਣਾਇਆ, ਫਿਰ 5 ਫੁੱਟ ਦਾ ਬਣਾਇਆ, ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦਾ ਇੱਕ ਮਾਲ ਹੈ, ਮਾਲ ਆਫ ਅੰਮ੍ਰਿਤਸਰ, ਉਹਦੇ ਵਿੱਚ 40 ਫੁੱਟ ਦਾ ਬਣਾਇਆ। ਬਹੁਤ ਸਾਰੇ ਹਜ਼ਾਰਾਂ ਲੋਕਾਂ ਨੇ ਉਹਨੂੰ ਵੇਖਿਆ। ਤੇ ਇਸ ਤਰ੍ਹਾਂ ਅਲਾਂਟੇ ਦੇ ਵਿੱਚ ਵੀ ਲਾਇਆ ਸੀਗਾ। ਅੰਮ੍ਰਿਤਸਰ ਦੇ ਮਾਲ ਆਫ ਅੰਮ੍ਰਿਤਸਰ 'ਚ ਤਕਰੀਬਨ 2-3 ਮਹੀਨੇ ਲੱਗਿਆ ਰਿਹਾ। ਅੰਮ੍ਰਿਤਸਰ ਦੇ ਮਾਲ ਦੇ ਵਿੱਚ ਤਕਰੀਬਨ ਜਿੰਨੀਆਂ ਵੀ ਕ੍ਰੀਏਟੀਵਿਟੀਜ਼ ਹੁੰਦੀਆਂ ਨੇ, ਇਵੈਂਟਸ ਵਗੈਰਾ, ਤੇ ਮੇਰੀਆਂ ਬਣਾਈਆਂ ਹੀ ਹੁੰਦੀਆਂ ਨੇ ਤਕਰੀਬਨ। ਕੀ ਬਾਤ। ਅੱਛਾ ਬਾਈ, ਜਿਵੇਂ ਹੁਣ ਆਈਫਲ ਟਾਵਰ ਦੀ ਗੱਲ ਕਰ ਰਹੇ ਸੀਗੇ, ਇਹ ਤਾਂ ਫਿਰ ਤੁਸੀਂ, ਮੈਂ ਜਿਵੇਂ ਆਪਾਂ ਆਫ ਦਾ ਰੈਕਡ ਗੱਲ ਕਰਦੇ ਸੀਗੇ, ਆਈਫਲ ਟਾਵਰ ਤੁਸੀਂ ਪੈਰਿਸ ਦੇ ਵਿੱਚ ਤਾਂ ਤੁਸੀਂ ਬਾਅਦ 'ਚ ਗਏ ਹੋ, ਮਾਡਲ ਤੁਸੀਂ ਪਹਿਲਾਂ ਤਿਆਰ ਕਰਤਾ ਸੀ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਜਾ ਕੇ ਪਹਿਲਾਂ ਜਾਇਜ਼ਾ ਲੈਂਦੇ ਹੋ ਜਗ੍ਹਾ ਦਾ, ਹਜੇ ਹੁਣ ਵਾਈਟ ਹਾਊਸ ਦੇ ਵਿੱਚ ਤੁਸੀਂ ਅਮਰੀਕਾ ਦੇ ਵਿੱਚ ਗਏ ਨਹੀਂ, ਪਰ ਇਸ ਚੀਜ਼ ਦਾ ਵੀ ਮਾਡਲ ਤਿਆਰ ਕਰਤਾ। ਜਿਵੇਂ ਹੁਣ ਦਰਸ਼ਕਾਂ ਨੂੰ ਦਿਖਾਵਾਂ ਕਿ ਡਿਟੇਲਿੰਗ ਤੁਹਾਡੀ ਟੀਵੀ ਸਕਰੀਨ 'ਤੇ ਡਿਟੇਲਿੰਗ ਚੱਲ ਰਹੀ ਹੋਊਗੀ। ਮੈਂ ਇੱਕ ਚੀਜ਼ ਨਾ ਪਰਸਨਲੀ ਕੋਲ ਬੈਠ ਕੇ ਦੇਖ ਰਿਹਾ ਸੀਗਾ, ਜਦੋਂ ਆਪਾਂ ਇਹ ਮਾਡਲ ਦੇਖ ਰਹੇ ਹਾਂ ਨਾ, ਅੰਦਰਲੀ ਸਾਈਡ ਵੀ ਪ੍ਰੋਪਰ ਦਰਵਾਜ਼ੇ ਕਟਿੰਗ ਹੋਈ ਹੈ। ਬਰੀਕੀ ਦਾ ਕੰਮ ਇਸ ਕਰਕੇ ਹੈ, ਵਰਲਡ ਰੈਕਡ ਇਸ ਕਰਕੇ ਦਰਜ ਨੇ। ਆਏ ਨਹੀਂ ਹੈਗਾ ਵੀ ਬਾਹਰੋਂ ਫੋਟੋ ਲਾਤੀ ਗੱਲ ਖਤਮ ਹੋ ਗਿਆ, ਬਰੀਕੀਆਂ ਬਹੁਤ ਨੇ ਬਾਈ। ਜਿਵੇਂ ਤੁਸੀਂ ਦੱਸ ਰਹੇ ਸੀ, ਤੁਹਾਨੂੰ ਕੋਈ ਹੋਰ ਜਿਹੜੇ ਫੈਨ ਕਹਿ ਦਿੰਦੇ ਆਪਾਂ, ਚਾਹਣ ਵਾਲੇ ਹੁੰਦੇ ਨੇ, ਉਹ ਵੀ ਕਹਿੰਦੇ ਨੇ ਵੀ ਆਪਾਂ ਵੀ ਟਰਾਈ ਕਰੀਏ। ਆ ਗੁੰਮਤ ਦਾ ਜ਼ਰੂਰ ਪੁੱਛਦੇ ਹੁੰਦੇ ਨੇ, ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਗੁੰਮਤ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ। ਜਿੰਨੇ ਵੀ ਆਪਾਂ ਦਰਬਾਰ ਸਾਹਿਬ ਫੋਟੋ ਦੇਖ ਲਈਏ ਜਾਂ ਕੋਈ ਵੀ ਮਾਡਲ ਦੇਖ ਲਈਏ ਪਵਿੱਤਰ ਸਥਾਨਾਂ ਦਾ, ਗੁਰਦੁਆਰਾ ਸਾਹਿਬ ਦਾ, ਤਾਂ ਹਰ ਇੱਕ ਦਾ ਗੁੰਮਤ ਜਿਹੜਾ ਆ ਬੜੀ ਬਾਖੂਬੀ ਦੇ ਨਾਲ ਬਣਿਆ ਹੋਇਆ ਆ। ਵੀ ਇਹ ਇੰਨੀ ਹੱਥ ਦੇ ਵਿੱਚ ਸਫਾਈ, ਇਹ ਫਿਰ ਹੌਲੀ ਸਮੇਂ ਸਿਰ ਕਰਦੀ ਰਹੀ ਕਿ ਇਹਨੂੰ ਇਹਦੀ ਪ੍ਰੋਪਰ ਟ੍ਰੇਨਿੰਗ ਲਈ ਆ ਕਿਤੇ ਤੁਸੀਂ? ਇਹ ਟ੍ਰੇਨਿੰਗ ਤਾਂ ਜੀ ਗੁਰੂ ਰਾਮਦਾਸ ਪਾਤਸ਼ਾਹ ਹੀ ਦੇਣ ਵਾਲੇ, ਕਾਰਨ ਕਿ ਨਾ ਤਾਂ ਇਸ ਦਾ ਕੋਈ ਇੰਸਟੀਟਿਊਟ ਹੈ ਤੇ ਨਾ ਹੀ ਮੈਂ ਕਿਤੇ ਸਿੱਖ ਪਾਇਆ। ਤੇ ਇਹ ਹੈ ਵੀ ਜੋ ਵੀ ਕੋਈ ਮਾਡਲ ਦਾ ਦੁਨੀਆ ਦੇ ਵਿੱਚ ਅੱਜ ਤੱਕ ਆਰਡਰ ਆਇਆ, ਵੱਡੇ ਤੋਂ ਵੱਡੇ 50-50 70-70 ਫੁੱਟ ਦੇ ਮਾਡਲ ਬਣਾਤੇ ਨੇ, ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅੱਖਾਂ ਜੋੜ ਕੇ ਅਰਦਾਸ ਕਰ ਦਈਦੀ ਹੈ ਤੇ ਉਹ ਮਾਡਲ ਕੰਪਲੀਟ ਹੋ ਜਾਂਦਾ ਹੈ। ਚਾਹੇ ਉਹ ਸਿੰਗਾਪੁਰ ਦੇ ਵਿੱਚ ਵੱਡੇ ਮਾਡਲ ਬਣਾਏ ਨੇ, ਸ੍ਰੀ ਦਰਬਾਰ ਸਾਹਿਬ ਜੀ ਦਾ ਪਿੱਛੇ ਜੇ ਅਲਫਾ 1 ਮਾਲ ਆਫ ਅੰਮ੍ਰਿਤਸਰ ਦੇ ਵਿੱਚ ਮਾਡਲ ਆਇਆ ਸੀ 16x16 ਸਕੁਅਰ ਫੁੱਟ ਦਾ, ਅਸਲੀ ਦਾ ਜਲ ਪਾਇਆ ਸੀ ਉਹਦੇ ਵਿੱਚ। ਤਾਂ ਇਸ ਤਰ੍ਹਾਂ ਦੇ ਕੋਈ ਵੀ ਮਾਡਲ। ਤੇ ਬਾਕੀ ਰਹੀ ਗੱਲ ਗੁੰਬਦ ਦੀ, ਐਜ਼ ਪਰ ਜੋ ਰਿਕੁਆਇਰਮੈਂਟ ਹੁੰਦੀ ਹੈ ਸਾਈਜ਼, ਉਸੇ ਤਰ੍ਹਾਂ ਦਾ ਮਟੀਰੀਅਲ ਯੂਜ਼ ਕਰਕੇ ਫਿਰ ਅਸੀਂ ਉਹ ਤਿਆਰ ਕਰ ਲੈਂਦੇ ਹਾਂ, ਕੋਈ ਪ੍ਰੋਬਲਮ ਨਹੀਂ। ਤੁਸੀਂ ਪੱਗ ਤਿਆਰ ਕੀਤੀ ਹੈ, ਵਰਲਡ ਦੀ ਸਭ ਤੋਂ ਛੋਟੀ ਪੱਗ ਮੈਂ ਕਹਿ ਸਕਦਾ ਵੀ ਤੁਸੀਂ ਮਾਡਲ ਜਿਹੜਾ ਤਿਆਰ ਕੀਤਾ, ਤੁਹਾਡੀ ਟੀਵੀ ਸਕਰੀਨ 'ਤੇ ਵੀ ਦਰਸ਼ਕੋ ਚੱਲ ਰਿਹਾ ਹੋਊਗਾ। ਇਹ ਬੜਾ ਬਰੀਕੀ ਦਾ ਕੰਮ ਆ ਵੇ। ਇਹਦੇ ਵਿੱਚ ਨਾ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ, ਤੁਸੀਂ ਵੀ ਇਹ ਜ਼ਿਕਰ ਕੀਤਾ ਸੀਗਾ ਕਿ ਅੱਜ ਕੱਲ੍ਹ ਦਾ ਯੂਥ ਇਹ ਚੀਜ਼ ਕਰਨਾ ਨਹੀਂ ਚਾਹੁੰਦਾ, ਕਾਹਲੀ ਬਹੁਤ ਹੈ ਵੀ ਚੁਟਕੀ ਮਾਰ ਕੰਮ ਹੋ ਜੇ ਸਾਨੂੰ ਵੀ ਐਂ ਬਸ 6-7 ਮਹੀਨੇ ਵਾਲਾ ਕੰਮ ਨਾ ਲਾ। ਵੀ ਇਹਦੇ ਵਿੱਚ ਤਾਂ ਫਿਰ ਪੇਸ਼ੈਂਸ ਬਹੁਤ ਆਉਂਦਾ ਹੋਊਗਾ। ਕਦੇ ਖਿਜੇ ਨਹੀਂ ਇਸ ਕੰਮ ਤੋਂ? ਖਿਜ ਤਾਂ ਨਹੀਂ ਚੜ੍ਹਦੀ ਵੀ ਬੜਾ ਟਾਈਮ ਲੱਗ ਰਿਹਾ ਹੈ, ਕਈ ਵਾਰ ਕਈ ਚੀਜ਼ਾਂ ਨਹੀਂ ਵੀ ਬਣਦੀਆਂ, ਢਾਹ ਕੇ ਦੁਬਾਰਾ ਵੀ ਬਣਾਉਣੀਆਂ ਪੈ ਸਕਦੀਆਂ, ਕਈ ਚੀਜ਼ਾਂ ਇੱਦਾਂ ਵੀ ਹੁੰਦੀਆਂ ਹੋਣਗੀਆਂ, ਖਿਜੇ ਤਾਂ ਨਹੀਂ ਕਦੇ ਇਸ ਕੰਮ ਤੋਂ? ਇਹ ਜੀ ਜਿਹੜੇ ਕੰਮ ਨੂੰ ਥਾਪੜਾ ਹੀ, ਹੁਣ ਜਿਵੇਂ ਆਪਾਂ ਨੂੰ ਕੋਈ ਸੱਜਣ ਮਿੱਤਰ ਕਹਿੰਦਾ ਵੀ ਅਸੀਂ ਕਿਸੇ ਕੋਲ ਜੋਬ ਕਰਦੇ ਹਾਂ, ਅਗਲਾ ਕਹਿੰਦਾ ਜਾਓ ਜੀ ਆ ਜਾ ਕੇ ਕੰਮ ਕਰਕੇ ਆਓ, ਜਾ ਕੇ ਆ ਕੰਮ ਕਰੋ, ਤੇ ਅਸੀਂ ਕਹਿੰਦੇ ਉਹ ਯਾਰ ਛੱਡੋ ਪਰਾਂ, ਨਹੀਂ ਹੋਣਾ। ਪਰ ਜਦੋਂ ਮੈਂ ਸ਼ੁਕਰ ਮਨਾਉਣਾ ਕਿ ਥਾਪੜਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤਾ ਹੋਇਆ, ਮੈਂ ਕਦੇ ਨਹੀਂ ਖਿੱਚਦਾ, ਚਾਹੇ ਮੈਨੂੰ ਸਾਰੀ ਰਾਤ ਜਾਗਣਾ ਪਵੇ, ਚਾਹੇ ਮੈਂ 15 ਘੰਟੇ ਲਾਵਾਂ, 18 ਘੰਟੇ ਲਾਵਾਂ। ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨੇ 20 ਸਾਲਾਂ ਦੇ ਵਿੱਚ ਜਿੰਨਾ ਕੁਛ ਵੀ ਬਣਾਇਆ ਅੱਜ ਤਾਈਂ ਕਦੇ ਖਿਜਣ ਦਾ ਨਾਮ ਨਿਸ਼ਾਨ ਨਹੀਂ ਆਇਆ ਕਦੇ। ਇਹ ਪ੍ਰਮਾਤਮਾ ਦੀ ਕਿਰਪਾ ਹੈ। ਕੀ ਬਾਤ, ਬਹੁਤ ਚੰਗਾ। ਕਿਉਂਕਿ ਯਾਰ ਆਰਟਿਸਟ ਬਹੁਤ ਦੇਖੇ ਨੇ ਮੈਂ, ਬੜੇ ਆਰਟਿਸਟ ਦੇਖੇ ਨੇ। ਆ ਤੁਹਾਡੀ ਸਾਹਮਣੇ ਤੁਹਾਡੀ ਟੀਵੀ ਸਕਰੀਨ 'ਤੇ ਦੋਸਤੋ ਕਲਿੱਪਸ ਚੱਲ ਰਹੀਆਂ ਹੋਣਗੀਆਂ। ਬਾਈ ਦੇ ਸਾਹਮਣੇ ਵਾਲੀ ਵਾਲ 'ਤੇ ਨਾ ਬੜੀ ਫੋਟੋਜ਼ ਨੇ, ਤਕਰੀਬਨ 100 ਦੇ ਕਰੀਬ। ਬਾਈ ਜੇ ਆਪਾਂ ਉੱਦਾਂ ਅੰਦਾਜ਼ਾ ਲਾਈਏ, ਕੁੱਲ ਕਿੰਨੇ ਕੁ ਮਾਡਲ ਤਿਆਰ ਕਰ ਲਏ ਕੁੱਲ ਪੂਰੇ ਹੁਣ ਤੱਕ? 2000 ਤੋਂ ਲੈ ਕੇ 21 ਸਾਲ ਹੋ ਗਏ, ਬਹੁਤ ਲੰਬਾ ਸਫ਼ਰ ਹੋ ਗਿਆ। ਕਿੰਨੇ ਮਾਡਲ ਤਿਆਰ ਕਰ ਲਏ? ਸੈਂਕੜਿਆਂ ਦੇ ਹਿਸਾਬ ਨਾਲ ਹੀ ਬਣਾਤੇ ਹੋਣਗੇ ਜੀ। ਮੈਨੂੰ ਪ੍ਰੋਪਰ ਤਾਂ ਮੈਂ ਨਾਮ ਲੈ ਕੇ ਕਹਾਂ ਤਾਂ ਨਾਮ ਲੈ ਕੇ ਤਾਂ ਹੁਣ ਮੇਰੇ ਤੋਂ ਲਿਆ ਵੀ ਨਹੀਂ ਜਾਣਾ, ਪਰ ਕਾਫੀ ਸੈਂਕੜਿਆਂ ਦੇ ਹਿਸਾਬ ਨਾਲ ਹੀ ਬਣਾਤੇ। ਜਿਵੇਂ ਤਾਂ ਆਪਾਂ ਜ਼ਿਕਰ ਕਰ ਰਹੇ ਸੀ, ਤੁਸੀਂ ਫੋਟੋ ਦੇਖ ਕੇ ਤੁਸੀਂ ਦੱਸ ਰਹੇ ਸੀਗੇ ਵੀ ਕਈ ਚੀਜ਼ਾਂ ਤੁਹਾਨੂੰ ਅੱਜ ਵੀ ਐਂ ਲੱਗਦੇ ਨੇ ਵੀ ਜਿਹੜੀਆਂ ਫੋਟੋ ਦੇਖ ਕੇ ਪਤਾ ਲੱਗਦੇ ਨੇ, ਅੱਛਾ ਮੈਂ ਆ ਵੀ ਬਣਾ ਲਿਆ। ਮੈਂ ਵੀ ਬਣਾਇਆ ਸੀ, ਹਾਂ। ਕਈ ਵਾਰੀ ਐਵੇਂ ਹੋ ਜਾਂਦਾ, ਜਿਵੇਂ ਕੋਈ ਦੇਖ ਕੇ ਕੋਈ ਵੀ ਟੌਪਿਕ ਛਿੜਦਾ, ਜਿਵੇਂ ਕੋਈ ਪੁੱਛਦਾ ਤੁਸੀਂ ਜੀ ਕਿਸ ਫਿਰ ਸਿੱਖ ਧਰਮ ਦੇ ਮਾਡਲ ਬਣਾਏ ਹੈ, ਫਿਰ ਯਾਦ ਆਉਂਦਾ ਵੀ ਨਹੀਂ ਜੀ, ਮੈਂ ਇੱਕ ਆਰਟਿਸਟ ਹਾਂ, ਗੁਰਸਿੱਖ ਹਾਂ, ਲੇਕਿਨ ਮੈਂ ਹਰ ਧਰਮ ਦਾ ਸਤਿਕਾਰ ਕਰਦਾ। ਕਿਉਂਕਿ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਹੈ ਨਾ। ਅਸੀਂ ਸਾਰੇ ਉਸ ਪਰਮਾਤਮਾ ਦੇ ਬੰਦੇ ਹਾਂ,
ਮੈਂ ਹਰ ਧਰਮ ਦਾ ਸਤਿਕਾਰ ਕਰਦਾ। ਮੈਂ ਮੱਕਾ ਕਾਬਾ ਦਾ ਵੀ ਮਾਡਲ ਬਣਾਇਆ, ਹਿੰਦੂਇਜ਼ਮ ਨਾਲ ਜੁੜੇ ਵੀ ਮਾਡਲ ਬਣਾਏ ਨੇ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਚਰਚ ਹੈਗੀ ਹੈ ਵੈਟੀਕਨ ਦੇ ਵਿੱਚ ਸੈਂਟ ਬੈਸਿਲਿਕਾ ਚਰਚ ਹੈ, ਜਿੱਥੇ ਪੋਪ ਬਹਿੰਦਾ, ਉਹਦਾ ਵੀ ਮੈਂ ਡਿਟੇਲ ਮਾਡਲ ਤਿਆਰ ਕੀਤਾ। ਅਤੇ ਜਦੋਂ ਫਿਰ ਜ਼ਿਕਰ ਛਿੜਦਾ ਫਿਰ ਯਾਦ ਹੁੰਦਾ, ਅੱਛਾ ਮੈਂ ਚਰਚ ਵੀ ਬਣਾਈ ਹੈ, ਮੱਕਾ ਕਾਬਾ ਵੀ ਬਣਾਇਆ। ਉਹ ਮੈਂ ਰਜਾ ਮੁਰਾਦ ਜੀ ਨੂੰ ਭੇਟ ਕਰ ਦਿੱਤਾ ਸੀ, ਜਿਹੜਾ ਕਿ ਬਾਲੀਵੁੱਡ ਐਕਟਰ ਨੇ। ਹਾਂ, ਅੱਛਾ, ਕੀ ਬਾਤ ਹੈ। ਪਰ ਬਹੁਤ ਬਰੀਕੀ ਵਾਲਾ ਕੰਮ ਹੈ। ਪਰਿਵਾਰ ਦੇ ਵਿੱਚ ਦੇਖੀਏ ਤਾਂ ਭਾਜੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਹੁਣ ਕੋਈ ਪਰਿਵਾਰ ਦੇ ਵਿੱਚੋਂ ਸਪੋਰਟ ਤਾਂ ਹੁੰਦੀ ਹੋਊਗੀ ਇਸ ਕੰਮ ਨੂੰ ਲੈ ਕੇ, ਜਾਂ ਆਪਣੇ ਜਿਹੜੇ ਬੱਚੇ ਨੇ ਆਉਣ ਵਾਲਾ, ਜਿਹੜੇ ਤੁਹਾਡੇ ਸਾਥੀ ਮਿੱਤਰ ਨੇ, ਆ ਭਰਾ ਹੋਊਗਾ ਕੋਈ, ਤਾਂ ਉਹ ਇਹ ਪਰਿਵਾਰ ਦੇ ਵਿੱਚੋਂ ਇਹ ਕੋਈ ਕੰਮ ਸਾਂਭ ਰਿਹਾ ਤੁਹਾਡਾ ਤੋਰਿਆ ਹੋਇਆ? ਕਿਉਂਕਿ ਇਹ ਬੜਾ ਬਰੀਕੀ ਵਾਲਾ ਕੰਮ ਹੈ। ਮੈਂ ਚਾਹੁੰਦਾ ਵੀ ਜੇ ਇਹ ਵਿਰਸਾ ਜੇ ਅੱਗੇ ਤੱਕ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈ। ਪਰਿਵਾਰ ਦੇ ਵਿੱਚੋਂ ਸਾਂਭਦੇ ਨੇ ਪਰਿਵਾਰ ਵਾਲੇ? ਮੇਰੇ ਧਰਮ ਪਤਨੀ ਬਲਜੀਤ ਕੌਰ, ਉਹ ਵੀ ਮੇਰੇ ਕੰਮ ਦੇ ਵਿੱਚ ਸਾਥ ਦਿੰਦੇ ਨੇ। ਈਵਨ ਕਿ ਮੇਰੇ ਨਾਲ ਸਿੰਗਾਪੁਰ ਜੇ ਇੰਟਰਨੈਸ਼ਨਲ ਐਗਜੀਬਿਸ਼ਨ ਸੀ 2018 'ਚ, ਉੱਥੇ ਵੀ ਨਾਲ ਗਏ ਸੀ। ਮਲੇਸ਼ੀਆ ਦੇ ਵਿੱਚ ਵੀ ਇੱਕ ਐਗਜੀਬਿਸ਼ਨ ਸੀ, ਉੱਥੇ ਵੀ ਨਾਲ ਜਾਂਦੇ ਨੇ, ਮੇਰੀ ਮਦਦ ਕਰਾਉਂਦੇ ਨੇ। ਕਾਫੀ ਸਾਰਾ ਆਰਟ ਵਰਕ ਉਹ ਸਿੱਖ ਵੀ ਗਏ ਨੇ। ਉਹਦੇ ਨਾਲ ਹੀ ਮੇਰੇ ਬੱਚੇ ਹੈ, ਮੇਰਾ ਬੇਟਾ ਅਮਰਤਪਾਲ ਸਿੰਘ 14 ਸਾਲ ਦਾ, ਮੇਰੀ ਬੇਟੀ ਹਰਲੀਨ ਕੌਰ, ਸਾਰੇ ਹੀ ਇੰਟਰਸਟ ਰੱਖਦੇ ਤੇ ਮੇਰੇ ਕੰਮ ਦੇ ਵਿੱਚ ਛੋਟੇ ਛੋਟੇ ਜਿਹੜੇ ਮਦਦ ਕਰਦੇ ਨੇ, ਇੰਟਰਸਟ ਰੱਖਦੇ ਨੇ ਕਿ ਅਸੀਂ ਵੀ ਅੱਗੇ ਜਾ ਕੇ ਤੁਹਾਡੇ ਫੁੱਟ ਸਟੈਪ 'ਤੇ ਚੱਲਾਂਗੇ। ਕਿਉਂਕਿ ਕਈ ਦਰਸ਼ਕ, ਜਿਵੇਂ ਅਸੀਂ ਪਹਿਲਾਂ ਬਾਈ ਨਾਲ ਗੱਲ ਕਰ ਰਹੇ ਸੀ ਨਾ, ਕਿਉਂਕਿ ਅਕਸਰ ਐਂ ਹੁੰਦਾ ਵੀ ਸ਼ੁਰੂਆਤ ਕਿੱਥੋਂ ਕੀਤੀ। ਜਿਵੇਂ ਮਕਾਨ ਦੀ, ਆਪਾਂ ਮਕਾਨ ਜੇ ਬਣਾਉਣਾ ਹੋਵੇ ਨਾ, ਸਭ ਤੋਂ ਪਹਿਲਾਂ ਆਪਾਂ ਉਹਦਾ ਮਾਡਲ ਤਿਆਰ ਕਰਦੇ ਹਾਂ, 3D ਮਾਡਲ ਤਿਆਰ ਕਰਦੇ ਹਾਂ, ਨਕਸ਼ੇ ਵਾਲੇ ਤੋਂ ਮਾਡਲ ਤਿਆਰ ਕਰਵਾਉਂਦੇ ਹਾਂ, ਫਿਰ ਉਹਦੀਆਂ ਨੀਹਾਂ ਭਰਦੇ ਹਾਂ ਆਪਾਂ, ਹੈ ਨਾ। ਜਿਵੇਂ ਕਈ ਲੋਕ ਦੇਖ ਰਹੇ ਹੋਣਗੇ, ਕਈ ਲੋਕਾਂ ਨੂੰ ਐਂ ਹੋਊਗਾ ਵੀ ਯਾਰ ਪਤਾ ਨਹੀਂ 17 ਵਰਲਡ ਰੈਕਡ ਬਣਾ ਲਏ, ਕਿੱਡਾ ਕੁ ਕੰਮ ਹੈ ਇਹ, ਵੀ ਇਹ 4 ਆਪਾਂ ਲਾ ਕੇ ਪੇਪਰ ਜੇ ਕੱਟ ਕੇ ਆਪਾਂ ਬਣਾਉਣਾ ਹੀ ਹੈ, ਵਰਲਡ ਰੈਕਡ ਹੋ ਜਾਣਗੇ ਆਪਣੇ ਨਾਮ ਵੀ, ਦੁਨੀਆ ਘੁੰਮ ਲਾਂਗੇ। ਲੋਕ ਕਾਪੀ ਕਰਨ ਦੀ ਕਈ ਵਾਰ ਕੋਸ਼ਿਸ਼ ਕਰਦੇ ਨੇ। ਪਰ ਭਾਈ ਜਿਵੇਂ ਤੁਸੀਂ ਆ ਪਿੱਛੇ ਇੱਕ ਮਾਡਲ ਬਣਾਇਆ, ਆ ਦਾਤੀ ਪਈ ਆ ਆਪਣੇ ਕੋਲੇ, ਇਹ ਮਾਡਲ, ਪਹਿਲਾਂ ਤਾਂ ਮੈਂ ਕਹੂੰਗਾ ਕੈਮਰਾਮੈਨ ਤੁਸੀਂ ਇੱਕ ਵਾਰ ਤਸਵੀਰ ਵੇਖੋ ਜਿਹੜੀ ਪ੍ਰੋਪਰ ਬਣਾਈ ਆ। ਉੱਪਰੋਂ ਸ਼ੁਰੂਆਤ ਕਰਾਂਗੇ, ਕਿਸਾਨ ਬਚਾਓ ਦੇਸ਼ ਬਚਾਓ। ਗੌਰ ਕਰਿਓ ਇਸ ਚੀਜ਼ 'ਤੇ ਕਿ ਇਸ ਚੀਜ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀ ਕੀਤੀ ਗਈ ਹੈ। ਇਹ ਦਾਤੀ ਹੈ, ਸ਼ੁਰੂਆਤ ਕਿਸਾਨੀ ਦੀ। ਜਦ ਕੋਈ ਸੰਦ ਨਹੀਂ ਹੁੰਦਾ ਸੀਗਾ, ਕਹਿੰਦੇ ਹਾੜੀ ਸੌਣੀ ਵੀ ਇਹ ਤੋਂ ਕੀਤੀ ਜਾਂਦੀ ਸੀ, ਵਾਢੀਆਂ ਵੀ ਇਹ ਤੋਂ ਕੀਤੀ ਜਾਂਦੀ ਸੀ, ਕਣਕ ਵੀ ਇਹ ਤੋਂ ਵੱਢੀ ਜਾਂਦੀ ਹੁੰਦੀ ਸੀ। ਜਦ ਕੋਈ ਵੱਡੀਆਂ ਵੱਡੀਆਂ ਮਸ਼ੀਨਾਂ ਤਾਂ ਅੱਜ ਵਾਲੀਆਂ ਆਈਆਂ ਨਹੀਂ ਸੀਗੀਆਂ। ਹੁਣ ਉਸ ਤਰੀਕੇ ਦਾ ਇੱਕ ਮਾਡਲ ਤਿਆਰ ਕੀਤਾ। ਇਹ ਕਦੋਂ ਬਾਈ ਤਿਆਰ ਕੀਤਾ ਸੀਗਾ? ਇਹ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ, ਉਸ ਉਹ ਦਿਨਾਂ ਦੇ ਵਿੱਚ ਤਿਆਰ ਕੀਤੀ ਗਈ ਇਹ ਚੀਜ਼? ਬਿਲਕੁਲ ਜੀ, ਇਹ ਕਿਸਾਨੀ ਜਿਹੜਾ ਸੰਘਰਸ਼ ਹੈਗਾ, ਇਹ ਖਾਲੀ ਕਿਸਾਨਾਂ ਦਾ ਦਰਦ ਨਹੀਂਗਾ, ਆਮ ਲੋਕਾਂ ਦਾ ਵੀ ਦਰਦ ਹੈ। ਬੇਸ਼ੱਕ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਮੈਂ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ, ਚਾਹੇ ਉਹ ਬਾਹਰ ਮੁਲਕਾਂ 'ਚ ਬੈਠੇ, ਇਸ ਮਾਡਲ ਰਾਹੀਂ ਸੁਨੇਹਾ ਦੇਣਾ ਚਾਹੂੰਗਾ, ਇਹ ਸਾਡੇ ਕਿਸਾਨ ਵੀਰਾਂ ਦਾ, ਬਜ਼ੁਰਗਾਂ ਦਾ ਦਰਦ ਨਹੀਂਗਾ, ਸਾਰੇ ਦੇਸ਼ ਵਾਸੀਆਂ ਦਾ ਦਰਦ ਹੈ। ਇਸ ਵੇਲੇ ਇਹ ਬਹੁਤ ਵੱਡਾ ਰੂਪ ਦੇ ਵਿੱਚ ਇਹ ਸੰਘਰਸ਼ ਬਣ ਗਿਆ। ਉਸ ਸੰਘਰਸ਼ ਦੇ ਦਰਦ ਨੂੰ ਬਿਆਨ ਦਾ ਕਿ ਜਿਹੜੀ ਸਾਡੀ ਦੇਸ਼ ਦੀ ਕਿਸਾਨੀ ਹੈ, ਦਾਤਰੀ ਦਿਖਾਈਏ, ਕਿਉਂਕਿ ਸਭ ਤੋਂ ਪੁਰਾਣਾ ਜਿਹੜਾ ਇੰਸਟਰੂਮੈਂਟ, ਜਿਹੜਾ ਔਜ਼ਾਰ ਹੈ ਸਾਡਾ, ਦਾਤਰੀ ਹੁੰਦਾ ਸੀਗਾ ਸ਼ੁਰੂਆਤ ਤੋਂ ਲੈ ਕੇ। ਉਹਨੂੰ ਜਿਹੜੀਆਂ ਜੰਜੀਰੀਆਂ ਜਕੜੀਆਂ, ਇਹ ਹੈਗੀਆਂ ਤਾਨਾਸ਼ਾਹੀ ਦੀਆਂ। ਸਾਡੇ ਕਾਰਪੋਰੇਟ ਘਰਾਣੇ ਸਾਡੇ ਕਿਸਾਨੀਆਂ ਦੇ ਹੱਥ ਬੰਨ੍ਹ ਰਹੇ ਕਿ ਅਸੀਂ ਆਪਣੇ ਕੰਟਰੋਲ 'ਚ ਲੈ ਲਈਏ ਦੇਸ਼ ਦੀ ਕਿਸਾਨੀ ਨੂੰ, ਸਾਡੇ ਅਨਾਜ ਨੂੰ। ਅਤੇ ਇਸੇ ਕਰਕੇ ਉਸ ਨੂੰ ਦਰਸਾਉਂਦਾ ਇਹ ਮੈਂ ਮਾਡਲ ਬਣਾਇਆ। ਉਹਦੇ ਵਿੱਚ ਦੇਸ਼ ਦੀ ਹਾਲਤ ਬਿਆਨ ਕੀਤੀ ਕਿ ਪੈਟਰੋਲਾਂ ਦੇ ਰੇਟ ਕਿੱਥੇ ਚਲੇ ਗਏ, ਤਾਨਾਸ਼ਾਹੀ ਕਿੰਨੀ ਵੱਧ ਗਈ, ਗਰੀਬੀ ਕਿਸ ਸਤਰ 'ਤੇ ਪਹੁੰਚ ਗਈ, ਅਤੇ ਭੁੱਖਮਰੀ ਕਿਸ ਤਰ੍ਹਾਂ ਹੋ ਗਈ ਹੈ, ਅਤੇ ਉਸ ਨੂੰ ਦਰਸਾਉਂਦਾ ਮੈਂ ਮਾਡਲ ਤਿਆਰ ਕੀਤਾ। ਬੜਾ ਬਰੀਕੀ ਵਾਲਾ ਅਤੇ ਬੜਾ ਡੀਪ ਮੈਸੇਜ ਹੈ ਇਸ ਚੀਜ਼ ਦੇ ਵਿੱਚ। ਕਿਉਂਕਿ ਮਾਡਲ ਤੁਸੀਂ ਹੋਰ ਵੀ ਤਿਆਰ ਕੀਤੇ ਨੇ ਵੀਰੇ, ਜਿਵੇਂ ਇੱਧਰ ਦੇਖ ਰਿਹਾ ਆਈਫਲ ਟਾਵਰ ਹੋ ਗਿਆ, ਗ੍ਰੇਟ ਵਾਲ ਆਫ ਚਾਈਨਾ ਹੋ ਗਿਆ, ਵਾਈਟ ਹਾਊਸ ਦਾ ਮਾਡਲ ਹੋ ਗਿਆ, ਆਪਣਾ ਨਨਕਾਣਾ ਸਾਹਿਬ ਦਾ ਮਾਡਲ ਹੋ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਜਿਹੜਾ ਜਿਹੜਾ ਜੂਨ 1984 ਨੂੰ ਜਿਹੜਾ ਸਾਕਾ ਹੋਇਆ ਸੀਗਾ, ਉਹਦਾ ਵੀ ਮਾਡਲ ਤੁਸੀਂ ਬਖੂਬੀ ਤਿਆਰ ਕੀਤਾ ਹੋਇਆ ਆ। ਜਿਵੇਂ ਹੁਣ ਕਾਫੀ ਅਵਾਰਡ ਮਿਲਦੇ ਨੇ ਬਾਈ, ਲਿਮਕਾ ਬੁੱਕ ਆਫ ਰੈਕਰਡਸ ਹੋ ਗਿਆ, ਗਿਨੀਜ਼ ਬੁੱਕ ਆਫ ਰੈਕਰਡਸ ਨੇ, ਜਾਂ ਹੋਰ ਆਪਾਂ ਕਹਿ ਸਕਦੇ ਯੂਨੀਕ ਵਰਲਡ ਰੈਕਰਡਸ ਨੇ। ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛੂੰਗਾ, ਪਹਿਲਾਂ ਵੀ ਪੁੱਛਿਆ ਸੀਗਾ, ਅੱਜ ਕਿ ਹੁਣ ਲਾਈਵ ਕੈਮਰੇ 'ਤੇ ਪੁੱਛ ਰਿਹਾ ਹਾਂ, ਕਿ ਜਿਵੇਂ ਮੈਂ ਇੱਕ ਚੀਜ਼ ਸੁਣੀ ਸੀ, ਕਹਿੰਦੇ ਵੀ ਤੁਹਾਨੂੰ ਜੇ ਕੋਈ ਵੀ ਵਰਲਡ ਰੈਕਡ ਤੁਹਾਡੇ ਨਾਮ ਦਰਜ ਹੁੰਦਾ ਨਾ, ਤਾਂ ਕਹਿੰਦੇ ਵੀ ਉਹ ਜਿਹੜੀ ਕੰਪਨੀ ਆ, ਜਿਹੜੇ ਉਹ ਰਿਕਾਰਡ ਹੋਲਡਰ ਹੁੰਦੇ ਨੇ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਤੁਹਾਨੂੰ ਕੋਈ ਲਿਮਕਾ ਬੁੱਕ ਰੈਕਰਡਸ ਵੱਲੋਂ, ਜਾਂ ਹੁਣ 17 ਵਰਲਡ ਰੈਕਰਡਸ ਨੇ, 17 ਵਰਲਡ ਰੈਕਰਡਸ, ਕੋਈ ਪੈਸਾ, ਕੋਈ ਹੈਲਪ ਹੋਈ ਹੋਵੇ ਜਿਨ੍ਹਾਂ ਨੇ ਤੁਹਾਨੂੰ ਰੈਕੋਰਡ ਦਿੱਤੇ ਨੇ ਤੁਹਾਡੇ ਨਾਮ? ਹੁਣ 17 ਰੈਕੋਰਡ ਨੇ। ਇਸ ਵਾਕਿਆ ਨੂੰ ਮੈਂ 1 ਮਿੰਟ ਦੀ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ ਤੁਹਾਨੂੰ। ਫੌਜਾ ਸਿੰਘ ਜੀ ਦਾ ਨਾਮ ਤੁਸੀਂ ਸੁਣਿਆ ਹੋਣਾ, ਜਿਹੜੇ ਕਿ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੇ ਵਿੱਚ ਦੌੜਦੇ ਨੇ। ਉਹ ਮੈਨੂੰ ਲੰਡਨ ਦੇ ਵਿੱਚ ਮਿਲੇ ਸੀ, ਕਿਸੇ ਬੱਸ ਦਾ ਇੰਤਜ਼ਾਰ ਕਰ ਰਹੇ ਸੀ, ਵੇਟ ਕਰ ਰਹੇ ਸੀ, ਕਿਤੇ ਜਾਣਾ ਸੀ ਉਹਨਾਂ ਨੇ, ਇਕੱਲੇ ਹੀ ਟਰੈਵਲ ਕਰ ਰਹੇ ਸੀ। ਉਸੇ ਬੱਸ 'ਤੇ ਮੈਂ ਜਾਣਾ ਸੀਗਾ। ਅਸੀਂ ਕਿਤੇ ਇਕੱਲੇ ਖਲੋਤੇ ਅਤੇ ਮੇਰਾ ਮਨ ਕੀਤਾ ਕਿ ਕਿਉਂ ਨਾ ਆਪਾਂ ਵਿਚਾਰਾਂ ਕਰੀਏ। ਕੁਝ ਵਿਚਾਰਾਂ ਕੀਤੀਆਂ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਇੰਨੇ ਸਾਰੇ ਵਰਲਡ ਰੈਕਡ ਹੈ, ਜਾਂ ਤੁਸੀਂ ਵਰਲਡ ਰਿਕਾਰਡ ਹੋਲਡਰ ਹੋ, ਤੁਹਾਨੂੰ ਸਰਕਾਰ ਵੱਲੋਂ ਕੀ ਸਹੂਲਤ ਹੈ? ਉਹਨਾਂ ਨੇ ਬੜਾ ਸੋਹਣਾ ਇੱਕ ਜਵਾਬ ਦਿੱਤਾ ਸੀਗਾ। ਕਹਿੰਦਾ ਮੈਨੂੰ ਰਾਣੀ ਨੇ
ਇੱਕ ਐਸਾ ਕਾਰਡ ਬਣਾ ਕੇ ਦਿੱਤਾ ਹੈ ਕਿ ਵਰਲਡ ਦੇ ਵਿੱਚ ਕਿੰਨੇ ਕੰਟਰੀਆਂ ਦੇ ਵਿੱਚ ਤੁਹਾਡੀ ਟਰੈਵਲਿੰਗ ਫ੍ਰੀ ਕੀਤੀ ਗਈ ਹੈ। ਉਹਨਾਂ ਨੂੰ ਹਰ ਤਰ੍ਹਾਂ ਦਾ ਘਰ ਤੋਂ ਲੈ ਕੇ ਕਹਿੰਦੇ ਮੇਰੇ ਕੋਲ ਸਾਰੀਆਂ ਗੱਡੀਆਂ ਐਸ਼ੋਪ੍ਰਸਤੀ ਸਭ ਕੁਝ ਹੈਗਾ, ਲੇਕਿਨ ਉਹ ਸਾਦਾ ਜੀਵਨ ਬਤੀਤ ਕਰਦੇ ਤਾਂ ਬੱਸ 'ਚ ਜਾ ਰਹੇ ਸੀਗੇ। ਮੈਂ ਦੱਸ ਦੇਵਾਂ, ਲੇਕਿਨ ਉਹਨਾਂ ਨੇ ਇਹ ਦੱਸਿਆ ਸਰਕਾਰਾਂ ਕਿਸ ਪੱਧਰ 'ਤੇ ਸਹੂਲਤਾਂ ਦਿੰਦੀਆਂ ਨੇ। ਸਾਡੀਆਂ ਦੇਸ਼ ਦੀਆਂ ਸਰਕਾਰਾਂ ਦਾ ਆਪਸੀ ਰੰਜਿਸ਼ਾਂ ਹੀ ਨਹੀਂ ਇਹਨਾਂ ਦੀ ਮਾਣ, ਉਹ ਸਰਕਾਰ ਉੱਤੇ ਬਲੇਮ ਲਾ ਰਹੀ ਹੈ, ਉਹ ਉੱਤੇ ਬਲੇਮ ਲਾ ਰਹੀ ਹੈ। ਨਾ ਇਹਨਾਂ ਨੂੰ ਚੰਗੇ ਲਿਖਾਰੀ ਨਜ਼ਰ ਆਉਂਦੇ, ਨਾ ਚੰਗੇ ਇਤਿਹਾਸਕਾਰ, ਨਾ ਚੰਗੇ ਆਰਟਿਸਟ, ਨਾ ਚੰਗੇ ਖਿਡਾਰੀ। ਠੀਕ ਹੈ, ਇਹ ਦੇਸ਼ ਦੇ ਸਾਡਾ ਦੁਖਾਂਤ ਹੈਗਾ ਭਾਰਤ ਦੇਸ਼ ਦਾ। ਸਾਨੂੰ ਕਿਸੇ ਸਰਕਾਰ ਵੱਲੋਂ, ਕਿਸੇ ਰਾਜ ਸਰਕਾਰ ਵੱਲੋਂ, ਡਿਸਟ੍ਰਿਕਟ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਕੋਈ ਤਰ੍ਹਾਂ ਦਾ ਅਵਾਰਡ ਨਹੀਂ। ਗੁਰੂ ਰਾਮਦਾਸ ਦੀ ਕਿਰਪਾ ਹੈ, ਪੂਰੀ ਦੁਨੀਆ ਦੇ ਵਿੱਚੋਂ ਮਾਣ ਸਤਿਕਾਰ ਮਿਲਦੇ ਨੇ ਜਦੋਂ ਟਰੈਵਲ ਕਰੀਦਾ, ਅਤੇ ਆਹ ਸਾਰੇ ਵਰਲਡ ਰਿਕਾਰਡ ਮਿਲੇ ਨੇ। ਹੋਰ ਸਾਨੂੰ ਕੋਈ ਸਰਕਾਰਾਂ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਕਿਸੇ ਵੀ ਤਰ੍ਹਾਂ ਦੀ। ਕੀ ਬਾਤ ਹੈ, ਮਤਲਬ ਕਿ ਬੜਾ ਬਖੂਬੀ ਨਾਲ ਤੇ ਬੜਾ ਬਰੀਕੀ ਵਾਲਾ ਕੰਮ ਹੈ ਬਾਈ। ਵੈਸੇ ਦੇਖਿਆ ਜਾਵੇ ਤਾਂ ਕੋਈ ਐਸਾ ਮਾਡਲ ਹੈਗਾ ਬਾਈ ਜਿਹੜਾ ਜਿਹਨੂੰ ਸਭ ਤੋਂ ਵੱਧ ਸਮਾਂ ਲੱਗਿਆ ਹੋਵੇ ਹੁਣ ਤੱਕ, ਜਿਵੇਂ 2 ਮਹੀਨੇ ਦੇ ਵਿੱਚ ਇਹ ਤਿਆਰ ਕੀਤੀ ਹੈ, ਕੋਈ ਐਸਾ ਇੱਕ ਮਾਡਲ ਜਿਹਨੂੰ ਸਭ ਤੋਂ ਵੱਧ ਸਮਾਂ ਲੱਗਿਆ ਹੋਇਆ, ਤਾਂ ਕਿੰਨਾ ਸਮਾਂ ਲੱਗਿਆ ਸੀ ਉਹ ਮਾਡਲ ਤਿਆਰ ਕਰਨ ਨੂੰ, ਤੇ ਕਿਹੜਾ ਮਾਡਲ ਹੈ ਉਹ? ਸ੍ਰੀ ਦਰਬਾਰ ਸਾਹਿਬ ਜੀ ਦਾ ਜੋ ਮੈਂ ਮਾਡਲ ਤਿਆਰ ਕੀਤਾ ਸੀ ਸਭ ਤੋਂ ਪਹਿਲਾਂ, ਜਿਸ ਵੇਲੇ ਅੱਛਾ ਜਦੋਂ ਸੰਨ 2012 'ਚ ਮੈਂ ਸਭ ਤੋਂ ਪਹਿਲਾਂ ਬਣਾਇਆ ਸੀਗਾ, ਉਹ ਬਹੁਤ ਜ਼ਿਆਦਾ ਫੋਟੋ ਮੇਰੀ ਵਾਇਰਲ ਵੀ ਹੋਈ ਸੀ ਸੋਸ਼ਲ ਮੀਡੀਆ 'ਤੇ। ਦਰਸ਼ਕ ਜਾਣਦੇ ਹੋਣਗੇ, ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋਵੋਗੇ। ਉਹ ਜਿਹੜੀ ਤਸਵੀਰ ਜਦੋਂ ਮੈਂ ਉਹ ਮਾਡਲ ਤਿਆਰ ਕੀਤਾ ਸੀ, ਮੈਨੂੰ 5 ਮਹੀਨਿਆਂ ਦਾ ਸਮਾਂ ਲੱਗਿਆ ਸੀ। ਰੋਜ਼ 7-8 ਘੰਟੇ ਮੈਂ ਉਸ ਮਾਡਲ ਨੂੰ ਸਮਾਂ ਦਿੰਦਾ ਸੀ, ਅਤੇ 5 ਮਹੀਨਿਆਂ ਦੇ ਬਾਅਦ ਬਣਿਆ, ਕਿਉਂਕਿ ਬਹੁਤ ਜ਼ਿਆਦਾ ਬਰੀਕੀ ਇਸ ਮਾਡਲ ਦੇ ਵਿੱਚ ਹੁੰਦੀ ਹੈ। 7-8 ਘੰਟੇ 5 ਮਹੀਨੇ ਤੱਕ ਦਿੱਤੇ। ਹਾਂਜੀ, ਕੀ ਬਾਤ ਹੈ। ਫਿਰ ਉਹ ਮਾਡਲ ਤਿਆਰ ਹੋਇਆ, ਕਿਉਂਕਿ ਸਟੱਡੀ ਬਹੁਤ ਕਰਨੀ ਪੈਂਦੀ ਹੈ। ਕਈ ਘੰਟੇ ਸੋਚੀ ਜਾਈਦਾ ਵੀ ਇਹ ਅੱਗੋਂ ਕਿੱਥੋਂ ਸ਼ੁਰੂ ਹੋਣਾ, ਪਰ ਜਦੋਂ ਹੁਣ ਬਣਾਤਾ ਫਿਰ 2-3 ਮਹੀਨਿਆਂ 'ਚ, 1.5 ਮਹੀਨਿਆਂ 'ਚ ਵੀ ਬਣਨੇ ਸ਼ੁਰੂ ਹੋ ਗਏ ਹੁਣ ਉਹ ਮਾਡਲ। ਅੱਛਾ, ਵੈਸੇ ਕਈ ਲੋਕ ਜੇ ਮੰਨ ਲਓ ਹੁਣ ਦਰਸ਼ਕ ਦੇਖ ਰਹੇ ਹੋਣਗੇ, ਇੱਕ ਸਵਾਲ ਦਾ ਜ਼ਰੂਰ ਪੁੱਛਣ ਉਹਨਾਂ ਦੇ ਮਨ ਦੇ ਵਿੱਚ ਵੀ ਆਊਗਾ ਵੀ ਕੀ ਇਹ ਮਾਡਲ ਉਹ ਪੈਸੇ ਦੇ ਕੇ ਖਰੀਦ ਸਕਦੇ ਨੇ ਤੁਹਾਡੇ ਤੋਂ, ਜਾਂ ਤੁਹਾਡੇ ਤੋਂ ਔਨ ਆਰਡਰ, ਜੇ ਮੰਨ ਲਓ ਤੁਹਾਨੂੰ ਕੋਈ ਆਰਡਰ ਦੇ ਦਿੰਦਾ ਕਿ ਭਾਈ ਸਾਨੂੰ ਸ਼੍ਰੀ ਨਨਕਾਣਾ ਸਾਹਿਬ ਦੀ ਫੋਟੋ ਚਾਹੀਦੀ ਹੈ, ਮਾਡਲ ਚਾਹੀਦਾ, ਬਣਾ ਦਿਓ ਸਾਡੇ ਵਾਸਤੇ, ਕਿੰਨੇ ਪੈਸੇ ਹੋਣਗੇ? ਤੁਸੀਂ ਬਣਾ ਦਿੰਦੇ ਹੋ ਔਨ ਡਿਮਾਂਡ ਵੈਸੇ ਜੇ ਤੁਹਾਨੂੰ ਕੋਈ ਦਿੰਦਾ? ਬਿਲਕੁਲ ਜੀ, ਮੈਂ ਪੰਜਾਬ ਨਿਊਜ਼ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੂੰਗਾ ਕਿ ਦੇਸ਼ ਦੀਆਂ ਸੰਗਤਾਂ ਦੇਖ ਰਹੀਆਂ ਹੋਣਗੀਆਂ, ਪੂਰੇ ਵਰਲਡ 'ਚ ਕਿਤੇ ਵੀ, ਚਾਹੇ ਉਹ ਧਾਰਮਿਕ ਸਥਾਨ ਦਾ ਮਾਡਲ ਹੋਵੇ, ਚਾਹੇ ਨਵੀਂ ਬਣ ਰਹੀ ਕਿਸੇ ਇਮਾਰਤ ਦਾ ਮਾਡਲ ਹੋਵੇ, ਕਿਸੇ ਮਾਲ ਦਾ, ਹੋਟਲ ਦਾ, ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਰਿਲੀਜੀਅਸ ਨਾਲ ਜੁੜਿਆ ਕੋਈ ਮਾਡਲ ਹੋਵੇ, ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਰਕੀਟੈਕਚਰਲ ਮਾਡਲ ਵੀ ਬਣਾਏ ਦੇ, ਤੇ ਹਰ ਤਰ੍ਹਾਂ ਦੇ ਆਪਾਂ ਮਾਡਲ ਔਨ ਆਰਡਰ ਬਣਾ ਕੇ ਦੇ ਦਿੰਦੇ ਆ। ਸਾਡਾ ਤਾਂ ਮੋਟਿਵ ਇਹ ਹੈ ਵੀ ਇਸ ਕਲਾ ਨੂੰ, ਗੁਰੂ ਕੇ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ। ਅਦਰਵਾਈਜ਼ ਮੈਂ ਹਰ ਧਰਮ ਦਾ ਸਤਿਕਾਰ ਕਰਦਾ। ਕੋਈ ਵੀ ਆਰਟਿਸਟ, ਇਹ ਮੇਰੇ ਵਰਗੇ ਆਰਟਿਸਟ ਤੋਂ ਕੋਈ ਮਾਡਲ ਬਣਾਉਣਾ ਚਾਹੇਗਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪੂਰੇ ਵਰਲਡ 'ਚ ਆਪਾਂ ਬਣਾ ਕੇ ਦਿੱਤੇ। ਜਿਵੇਂ ਕਿ ਪਿੱਛੇ ਜੇ ਲੰਡਨ ਦੇ ਵਿੱਚ ਇੱਕ ਨਵਾਂ ਗੁਰਦੁਆਰਾ ਬਣਾਇਆ, ਉਹਦਾ ਡਿਜ਼ਾਈਨ ਤੇ ਮਾਡਲ ਮੈਂ ਬਣਾ ਕੇ ਦਿੱਤਾ ਸੀ ਮਾਡਲ। ਕੀ ਬਾਤ ਹੈ ਬਾਈ ਜੀ। ਹੁਣ ਜੇ ਤੁਸੀਂ ਜ਼ਿਕਰ ਕੀਤਾ, ਸੰਪਰਕ ਨੰਬਰ ਵੀ ਦੱਸ ਦਿਓ। ਸੰਪਰਕ ਨੰਬਰ ਆਪਾਂ ਫਿਰ ਬੁਲਵਾ ਦਈਏ ਤੁਹਾਡੇ ਤੋਂ। ਬਿਲਕੁਲ ਜੀ, ਮੇਰੀਆਂ ਹੋਰ ਬਣੀਆਂ ਕਲਾਕ੍ਰਿਤੀਆਂ ਤੁਸੀਂ ਦੇਖਣੀਆਂ ਹੋਣ ਤਾਂ ਗੂਗਲ 'ਤੇ ਵੀ ਦੇਖ ਸਕਦੇ ਹੋ, ਗੁਰਪ੍ਰੀਤ ਸਿੰਘ ਪੇਪਰ ਆਰਟਿਸਟ। ਅਤੇ ਮੇਰਾ ਮੋਬਾਈਲ ਨੰਬਰ ਜੋ ਹੈਗਾ 98 883 42 384, 9888 42384 ਮੇਰਾ ਨੰਬਰ ਹੈ। ਇਹ ਜਿਹੜਾ ਤੁਹਾਡਾ ਦਰਸ਼ਕੋ ਨੰਬਰ ਬਾਈ ਨੇ ਦਿਸਦੇ ਨੇ, ਤੁਹਾਡੀ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਹੋਣਗੇ। ਤੁਸੀਂ ਕਿਸੇ ਤਰੀਕੇ ਦੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਨਾ, ਜਾਂ ਤੁਸੀਂ ਵੀ ਚਾਹੁੰਦੇ ਹੋ ਵੀ ਬਾਈ ਜੀ ਤੋਂ ਸਿੱਖਣਾ ਚਾਹੁੰਦੇ ਹੋ, ਕਿਉਂਕਿ ਇਹ ਆਰਟ ਇੱਕ ਐਸਾ ਆ, ਇਹ ਸਾਹਮਣ ਵਾਲਾ ਵਿਰਸਾ ਆ। ਸ਼ੁਰੂਆਤ ਬਾਈ ਨੇ ਇੱਕ ਵਿਰਸੇ ਤੋਂ ਕੀਤੀ ਹੋਈ ਹੈ। ਤੁਸੀਂ ਇੱਕ ਜੇ ਬਾਈ ਦੇ ਘਰੇ ਤੁਸੀਂ ਪਰਸਨਲੀ ਮਿਲਣ ਆਓਗੇ ਨਾ, ਅੰਮ੍ਰਿਤਸਰ ਧਰਤੀ ਦੇ ਦਰਸ਼ਨ ਕਰਨ ਜਦੋਂ ਜੇ ਆ ਰਹੇ ਹੋ, ਤੁਸੀਂ ਇੱਕ ਵਾਰ ਬਾਈ ਨੂੰ ਇੱਥੇ ਜ਼ਰੂਰ ਮਿਲਿਓ, ਕਿਉਂਕਿ ਇੱਥੇ ਆ ਕੇ ਹੀ ਮੈਨੂੰ ਲੱਗਦਾ ਹੈ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਹੋ ਜਾਂਦੇ ਨੇ ਬਾਈ। ਸਾਰੀਆਂ ਪਵਿੱਤਰ ਸਥਾਨਾਂ ਪਈਆਂ ਨੇ, ਸ਼੍ਰੀ ਨਨਕਾਣਾ ਸਾਹਿਬ ਪਏ ਨੇ, ਅਕਾਲ ਤਖਤ ਸਾਹਿਬ ਨੇ, ਬਾਕੀ ਸਾਰੇ ਜਿਹੜੇ ਨੇ, ਮੈਂ ਕਹਿੰਦਾ ਆਨੰਦਗੜ੍ਹ ਸਾਹਿਬ ਜੀ ਦਾ, ਹਰ ਇੱਕ ਚੀਜ਼ ਜਿਹੜੀ ਆ ਪਵਿੱਤਰ ਸਥਾਨ ਸਿੱਖੀਜ਼ਮ ਦਾ ਜਿਹੜਾ ਮੇਨ ਕਹਿੰਦੇ ਨੇ ਜੜ੍ਹਾਂ ਨੇ, ਹੈ ਨਾ, ਜਿਹਨਾਂ ਨੂੰ ਆਪਾਂ ਰੱਬੀ ਰੂਪ ਮੰਨਦੇ ਹਾਂ, ਉਹ ਸਾਰੀ ਚੀਜ਼ਾਂ ਪਈਆਂ ਨੇ। ਵੀ ਜੇ ਤੁਸੀਂ ਆਉਂਦੇ ਹੋ, ਬਾਈ ਨੂੰ ਜੇ ਸੰਪਰਕ ਕਰਨਾ ਚਾਹੁੰਦੇ ਹੋ, ਤੁਸੀਂ ਨੰਬਰ 'ਤੇ ਫਲੈਸ਼ ਤੁਹਾਡੇ ਟੀਵੀ ਸਕਰੀਨ 'ਤੇ ਹੋ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ। ਯਾਰ ਇਹ ਵੀਡੀਓ ਕਰਨ ਦਾ ਖਾਸ ਮਕਸਦ ਮੇਰਾ ਇਹ ਸੀਗਾ, ਬੜੇ ਲੋਕਾਂ ਨੂੰ ਬੜਾ ਟੈਲੈਂਟ ਹੈ, ਬਹੁਤ ਟੈਲੈਂਟ ਭਰਿਆ ਪਿਆ ਪੰਜਾਬ ਦੇ ਵਿੱਚ। ਦੇਖਿਆ ਜਾਵੇ ਬਰੀਕੀ ਤੋਂ ਬਰੀਕੀ ਵਾਲਾ ਕੰਮ ਵੀ ਲੋਕ ਇੱਥੇ ਕਰਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸ ਵੀ ਦਿੰਦਾ, ਇੱਕ ਐਸਾ ਵਰਲਡ ਰੈਕਡ ਵੀ ਦਰਜ ਹੋਣ ਵਾਲਾ ਬਾਈ ਦੇ ਨਾਮ 'ਤੇ, ਕਿਉਂਕਿ ਉਹ ਥੋੜ੍ਹਾ ਲੋਕਡਾਊਨ ਕਰਕੇ ਥੋੜ੍ਹਾ ਜਿਹਾ ਜਿਵੇਂ ਇੱਧਰ ਉੱਧਰ ਕੰਮ ਹੋ ਰਿਹਾ ਸੀਗਾ, ਉਸ ਤੋਂ ਬਾਅਦ ਵੀ ਬਾਈ ਨਾਲ ਜ਼ਰੂਰ ਮੁਲਾਕਾਤ ਕਰਾਂਗੇ। ਤੇ ਬਾਈ ਬਹੁਤ ਚੰਗਾ ਲੱਗਿਆ ਮਿਲ ਕੇ, ਉਮੀਦ ਕਰਦੇ ਹਾਂ ਆਪਾਂ ਦੁਬਾਰਾ ਫੇਰ ਮਿਲਦੇ ਰਹਾਂਗੇ, ਕਿਉਂਕਿ ਜਿਹੜਾ ਇੱਕ ਆਰਟਿਸਟ, ਇੱਕ ਵਾਰ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਇਸ ਕਰਕੇ ਹੋ, ਤੁਸੀਂ ਅਸਲ ਜਿਹੜੀ ਸਾਡੀ ਸਿੱਖੀਜ਼ਮ ਸੀਗੀ, ਸਿੱਖੀ ਸੀਗੀ, ਉਸ ਨੂੰ ਤੁਸੀਂ ਬੜੇ ਬਾਖੂਬੀ ਦੇ ਨਾਲ ਬਚਾ ਕੇ ਇੱਕ ਮਾਡਲ ਦੇ ਰੂਪ ਦੇ ਵਿੱਚ ਰੱਖੇ ਹੋਏ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ, ਧੰਨਵਾਦ ਬਹੁਤ।
ਸੋ ਦੋਸਤੋ ਇਹ ਸਨ ਗੁਰਪ੍ਰੀਤ ਸਿੰਘ ਜੀ ਪੇਪਰ ਆਰਟਿਸਟ। ਅੰਮ੍ਰਿਤਸਰ ਵਿਖੇ ਅਸੀਂ ਆਏ ਸੀਗੇ ਤਾਂ ਮੇਰਾ ਮਨ ਬੜਾ ਪ੍ਰਫੁੱਲਿਤ ਹੋਇਆ ਇਹ ਚੀਜ਼ ਵੇਖ ਕੇ, ਕਿਉਂਕਿ ਹਰ ਇੱਕ ਪਵਿੱਤਰ ਸਥਾਨ ਜੇ ਤੁਸੀਂ ਕਹਿੰਦੇ ਨਹੀਂ ਵੀ ਕਿਤੇ ਜਾ ਸਕਦੇ ਨਾ, ਤਾਂ ਇੱਕ ਵਾਰ ਗੁਰਪ੍ਰੀਤ ਸਿੰਘ ਜੀ ਕੋਲੇ ਆ ਜਾਓ, ਘਰੇ ਹੀ ਆ ਜਾਓ, ਤੁਹਾਨੂੰ ਹੂਬਹੂ ਉਸ ਜਗ੍ਹਾ ਦੇ ਦਰਸ਼ਨ ਹੋ ਜਾਣਗੇ ਵੀ ਅਸਲ ਦੇ ਵਿੱਚ ਉਹ ਜਗ੍ਹਾ ਬਣੀ ਕਿਵੇਂ ਹੋਈ ਹੈ। ਕੰਮ ਇਸ ਕਰਕੇ ਮੈਂ ਕਹਿ ਰਿਹਾ ਬਹੁਤ ਬਰੀਕੀ ਦਾ ਆ, ਆਏ ਨਹੀਂ ਵੀ ਫਾਹਾ ਵੱਢ ਕਰਕੇ ਕੰਮ ਨਿਬੇੜਤਾ। ਮਹੀਨੇ ਇਸ ਕਰਕੇ ਲੱਗਦੇ ਨੇ ਕਿਉਂਕਿ ਇੱਕ ਬਰੀਕੀ ਲੱਗੀ ਹੋਈ ਆ। ਦਰਵਾਜ਼ੇ ਜੇ ਖਿੜਕੀ ਖੋਲ੍ਹਦੇ ਉਹਦੇ ਅੰਦਰ ਵੀ ਚੀਜ਼ਾਂ ਦਿਖਦੀਆਂ ਨੇ। ਆਹ ਦਰਵਾਜ਼ਾ ਮੈਂ ਦੇਖ ਰਿਹਾ ਸੀਗਾ ਵੀ ਬੜਾ ਬਰੀਕੀ ਦਾ ਕੰਮ ਆ ਯਾਰ। ਅੰਦਰਲੀ ਸਾਈਡ ਵੀ ਦਰਵਾਜ਼ੇ ਲੱਗੇ ਨੇ, ਅੰਦਰਲੀ ਸਾਈਡ ਵੀ ਪੌੜੀਆਂ ਚਾੜੀਆਂ ਹੋਈਆਂ ਨੇ। ਬੜਾ ਮਿਹਨਤ ਵਾਲਾ ਕੰਮ ਹੈ। ਬੜਾ ਖੁਸ਼ੀ ਹੋਈ ਮਨ ਨੂੰ ਇਹ ਬਾਈ ਜੀ ਦੇ ਘਰੇ ਆ ਕੇ ਆਹ ਸਾਰੀ ਚੀਜ਼ਾਂ ਦੇਖ ਕੇ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇੱਕ ਪੋਜ਼ਿਟਿਵਿਟੀ ਯਾਰ ਫੈਲਾਈ ਜਾਵੇ। ਪੋਜ਼ਿਟਿਵ ਜਿਹੜਾ ਮੈਸੇਜ ਸੀਗਾ ਇੱਕ ਸਿੱਖੀਜ਼ਮ ਦਾ ਵੀ ਕਿਵੇਂ ਇੱਕ ਰੂਹ, ਰੱਬੀ ਰੂਹ ਜਿਹੜੀ ਹੈ ਆਹ ਸਾਰੀ ਜਿਹੜੀਆਂ ਨੇ ਪਵਿੱਤਰ ਸਥਾਨਾਂ ਨੂੰ ਆਪਣੇ ਘਰਾਂ ਦੇ ਵਿੱਚ ਸਮੋਈ ਬੈਠੀ ਆ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਐਸਾ ਟੈਲੈਂਟ ਹੈ ਕਿ ਜਿਹੜਾ ਦੁਨੀਆ ਤੋਂ ਵੱਖਰੀ ਰਾਹ ਤੁਰ ਰਹੇ ਨੇ ਤੇ ਇੱਕ ਵੱਡਾ ਹੀ ਛਾਪ ਛੱਡ ਰਹੇ ਨੇ, ਉਹਨਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੇ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।